ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ। ਯੂਕਰੇਨ ਕ੍ਰਾਈਸਿਸ ਵੱਧਦਾ ਜਾ ਰਿਹਾ ਹੈ। ਜਿੱਥੇ ਡਰ ਸਿਰਫ ਯੂਕਰੇਨ ਦਾ ਸੀਗਾ, ਹੁਣ ਮੈਨੂੰ ਲੱਗਦਾ ਡਰ ਵੱਧ ਰਿਹਾ ਹੈ ਕਿ ਇਹਨੂੰ ਇੱਕ ਹੋਰ ਸੈਕਿੰਡ ਕੋਲਡ ਵਾਰ ਮੰਨ ਕੇ ਹੀ ਚੱਲੀਏ, ਲੇਕਿਨ ਇਫ it escalates ਇਹ ਸ਼ਾਇਦ World War 3 ਵੀ ਬਣ ਸਕਦਾ ਹੈ। But I today have with me two defense experts and I welcome them, Brigadier Harwant Singh and Brigadier Kuldeep Singh. Sir, welcome to the show. Thank you so much. Thank you, ਤੁਸੀਂ ਟਾਈਮ ਕੱਢ ਕੇ ਆਏ ਹੋ ਸਾਡੇ ਕੋਲ। ਮੈਨੂੰ ਲੱਗਿਆ ਬੜਾ ਇੰਪੋਰਟੈਂਟ ਹੈ ਕਿ ਜਿਵੇਂ ਦੀ ਮਿਲਟਰੀ ਐਕਟੀਵਿਟੀਜ਼ ਚੱਲ ਰਹੀਆਂ ਨੇ ਉਹਨੂੰ ਅਸੀਂ ਸਮਝੀਏ ਕਿ ਜਦੋਂ ਕੁਝ ਆਰਡਰਸ ਦਿੱਤੇ ਜਾਂਦੇ ਨੇ ਜਾਂ ਜਿਸ ਤਰ੍ਹਾਂ ਮਿਲਟਰੀਜ਼ ਪ੍ਰੋਸੀਡ ਕਰਦੀਆਂ ਨੇ, ਟਰੂਪਸ ਜਿਸ ਤਰ੍ਹਾਂ ਦੇ ਐਕਸ਼ਨਸ ਲੈਂਦੀਆਂ ਨੇ, ਉਹਦਾ ਮਤਲਬ ਕੀ ਹੋ ਸਕਦਾ ਹੈ, ਉਹਨੂੰ ਡਿਸਾਈਫਰ ਕਰੀਏ। ਇਹਦਾ ਮਤਲਬ ਰਸ਼ੀਆ ਤੇ ਯੂਕਰੇਨ ਲਈ ਕੀ ਹੋ ਸਕਦਾ ਹੈ, ਨਾਟੋ ਨੇਸ਼ਨਸ ਲਈ ਕੀ ਹੋ ਸਕਦਾ ਹੈ, ਵੈਸਟ ਲਈ ਕੀ ਹੋ ਸਕਦਾ ਹੈ, ਤੇ ਫਿਰ ਇੰਡੀਆ ਦਾ ਸਟੈਂਸ ਇੰਡੀਆ ਨੇ ਜਿਵੇਂ ਦਾ ਲਿਆ ਇੰਡੀਆ ਲਈ ਇਨ ਦ ਨੀਅਰ ਫਿਊਚਰ ਇਹਦਾ ਕੀ ਮਤਲਬ ਹੋ ਸਕਦਾ ਹੈ, ਇਹ ਸਾਰੀ ਗੱਲ ਕਰਾਂਗੇ। ਬਟ ਆਈ ਵਾਂਟ ਟੂ ਸਟਾਰਟ, ਆਈਲ ਸਟਾਰਟ ਵਿਦ ਬ੍ਰਿਗੇਡੀਅਰ ਕੁਲਦੀਪ ਜੀ। ਸਰ, ਹੁਣ ਤੱਕ ਜਿਸ ਤਰ੍ਹਾਂ ਦੀ ਮੂਵਮੈਂਟ ਤੁਸੀਂ ਦੇਖੀ ਹੈ ਰਸ਼ੀਆ ਦੀ, ਬਹੁਤ ਤੇਜ਼ ਐਂਟਰੀ ਕੀਤੀ ਇੱਕ ਵਾਰ ਤੇ ਹੁਣ ਕੀਏਵ ਜਾ ਕੇ ਰੈਜ਼ਿਸਟੈਂਸ ਮਿਲ ਰਹੀ ਹੈ, ਬਟ ਕੀਏਵ ਆਉਣ ਤੋਂ ਪਹਿਲਾਂ ਜੋ ਪਿਛਲੇ 2 ਦਿਨਾਂ 'ਚ, ਅੱਜ ਨੂੰ ਛੱਡ ਦਈਏ, ਕੀਏਵ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਮਿਲਟਰੀ ਮੂਵਮੈਂਟ ਰਹੀ ਹੈ, ਉਹ ਤੁਹਾਨੂੰ ਕੀ ਦੱਸ ਰਹੀ ਹੈ? ਰਸ਼ੀਆ ਦਾ ਪਲਾਨ ਕੀ ਲੱਗ ਰਿਹਾ ਤੁਹਾਨੂੰ? It was a very well planned operation of war. A declared war. Russia has declared war after a lot of deliberation, lot of warning, lot of efforts towards peace ਦੀ establish ਕਰਨ ਵਾਸਤੇ ਵਾਰਤਾਲਾਪ ਵੀ ਹੋਏ ਔਰ ਬੜੇ ਲੰਬੇ ਸਮੇਂ ਤੋਂ ਸਮਝਦਾ ਇਹ ਤਾਂ ਦਹਾਕਿਆਂ ਤੋਂ ਚੱਲ ਰਿਹਾ ਸੀ ਇਹਨਾਂ ਦਾ ਦੌਰ ਯੂਕਰੇਨ ਨਾਲ। ਬਿਕੋਜ਼ ਯੂਕਰੇਨ ਤੇ ਬਿਲਕੁਲ ਜਦੋਂ ਬਾਈਫਰਕੇਸ਼ਨ ਹੋਈ ਹੈ, ਡਿਵੀਜ਼ਨ ਹੋਈ ਹੈ, ਇਹ ਤੇ ਬਾਰਡਰ ਬਿਲਕੁਲ ਨਾਲ ਲੱਗਦਾ ਉਹਦੇ ਰਸ਼ੀਆ ਦੇ, ਔਰ ਖ਼ਾਸ ਤੌਰ 'ਤੇ ਜਿਹੜੇ 2 ਉਹਦੇ ਸੂਬੇ ਨੇ ਜਿਹੜੇ ਬਿਲਕੁਲ ਰਸ਼ੀਆ ਦੇ ਨਾਲ ਨੇ, ਤੇ ਉਹਨਾਂ ਨੂੰ ਉਹਨੇ ਡਿਕਲੇਅਰ ਕਰਤਾ ਐਜ਼ ਕੰਟਰੀ ਦੀ ਮਾਨਤਾ ਦਿੱਤੀ ਹੈ। ਹੁਣ ਇਹ ਪਲੈਨਿੰਗ ਬੜੇ ਚਿਰ ਤੋਂ ਸੀ ਔਰ ਸਾਰੀ ਦੁਨੀਆ ਨੂੰ ਪਤਾ ਸੀ ਕਿ ਇਹ ਕੁਝ ਹੋਣ ਵਾਲਾ ਹੈ। ਇਸ ਵਾਸਤੇ ਦੇ ਆਰ ਗੋਇੰਗ ਸਟ੍ਰਿਕਟਲੀ ਐਜ਼ ਪਰ planned operation strategy, very clear, aim spelled out very clear, to seize change of regime ਉੱਥੇ। ਉਸ ਵਾਸਤੇ ਹੁਣ ਬੜੀ ਤੇਜ਼ੀ ਨਾਲ ਵਧੇ ਨੇ ਮੁਕਾਬਲੇ ਤੇ। ਜੇ ਦੇਖਿਆ ਜਾਵੇ ਤੇ ਬੜਾ ਫੌਜ ਵੀ ਤੇ ਯੂਕਰੇਨ ਦੀ ਸਭ ਕੁਝ ਹਥਿਆਰ ਫੌਜ ਦੀ ਉਹ ਲੜਨ ਦੇ ਇਹਦੇ ਮੁਕਾਬਲੇ 'ਚ ਹੈ ਨਹੀਂ। ਬਿਲਕੁਲ ਇਹਦੇ ਮੁਕਾਬਲੇ, ਕਿਉਂਕਿ ਰਿਸੋਰਸਿਸ ਬੜੇ ਘੱਟ ਨੇ ਇਹ। ਪਰ ਇੱਕ ਚੀਜ਼ ਹੈਗੀ ਹੈ, ਇਹ ਜਦੋਂ ਡਿਵੀਜ਼ਨ ਹੋਈ ਹੈ, ਬਾਈਫਰਕੇਸ਼ਨ ਹੋਈ ਹੈ, ਤੇ ਬਹੁਤ ਸਾਰੇ ਨਿਊਕਲੀਅਰ ਵੈਪਨਸ ਉਹਦੇ ਸਥਾਨ, ਉਹਦੇ ਸਟੋਰ, ਉਹ ਉੱਥੇ ਉਹਦੇ ਕੋਲ ਹੈਗੇ ਨੇ ਯੂਕਰੇਨ ਦੇ ਕੋਲ। ਔਰ ਉਹ ਬੜੀ ਖਤਰੇ ਵਾਲੀ ਚੀਜ਼ ਹੈ, ਕਿਉਂਕਿ ਤੇ ਰਸ਼ੀਆ ਵੀ ਕਹਿ ਚੁੱਕਾ ਕਿ ਇਹਨਾਂ ਕੋਲ ਤੇ ਹੁਣ ਜਦੋਂ ਇਹੋ ਜਿਹੇ ਡਰਾਵੇ ਧਮਕੀਆਂ ਨਾਟੋ ਵੱਲੋਂ ਬਾਕੀਆਂ ਵੱਲੋਂ ਆਉਣ ਲੱਗ ਪਈਆਂ, ਉਹ ਡਰਾਵੇ ਧਮਕੀਆਂ, ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਇਹ ਜਿਸ ਤਰ੍ਹਾਂ ਕਿ ਥਰਡ ਵਰਲਡ ਵਾਰ ਗੱਲ ਹੋ ਰਹੀ ਹੈ, ਤੁਸੀਂ ਗੱਲ ਕਹੀ ਹੈ, ਖੈਰ ਉਹਦੇ ਹਾਲੇ ਕੋਈ ਇਹੋ ਜਿਹੀ ਗੱਲ ਤਾਂ ਲੱਗਦੀ ਨਹੀਂ। ਪਰ ਮੈਂ ਕਹਿ ਰਿਹਾ ਕਿ ਉਹ ਡਰਾਵੇ ਧਮਕੀਆਂ ਦਿੰਦੇ ਰਹੇ ਕਿਸੇ ਤਰੀਕੇ ਨਾਲ ਰੂਸ ਹਟ ਜਾਏ, ਪਰ ਉਹ ਆਪਣੇ ਮਿਸ਼ਨ ਦੇ ਕਲੀਅਰ, ਉਹ ਬੜੀ ਤੇਜ਼ੀ ਨਾਲ ਆਪਣੇ ਏਮ ਦੀ ਤਰਫ ਵੱਧਦਾ ਹੈ। ਅਚੀਵਮੈਂਟ ਆਫ ਦੀ ਏਮ ਵੈਰੀ ਇੰਪੋਰਟੈਂਟ ਹੈ ਕਿ ਜਿਹੜਾ ਆਪਣਾ ਏਮ ਹੈ, ਜਿਹੜਾ ਮੁੱਦਾ ਹੈ, ਜਿਹੜਾ ਉਹਨੂੰ ਹਾਸਲ ਕਰਨਾ। ਤੇ ਉਹਦੇ ਵਿੱਚ ਕੀ ਹੋ ਰਿਹਾ, ਹਾਲੇ ਕਿ ਰਸ਼ੀਆ ਨੇ ਡਿਕਲੇਅਰ ਕੀਤਾ ਸੀ ਕਿ ਓਬਜੈਕਟਿਵਸ ਵਿਲ ਬੀ ਮਿਲਟਰੀ ਟਾਰਗੇਟਸ, ਨਾਟ ਦੀ ਸਿਵਲ ਪਾਪੂਲੇਸ਼ਨ ਪਰ ਡੈਮੇਜ ਹੋ ਰਿਹਾ। ਸੋ ਬਹੁਤ ਸਾਰਾ, ਖਾਸ ਤੌਰ 'ਤੇ ਸਾਡੇ ਆਪਣੇ ਮੁਲਕ ਦੇ, ਆਪਣੇ ਸੂਬੇ ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ, ਬਹੁਤ ਸਾਰੇ ਸ਼ਰਨਾਰਥੀ, ਬਹੁਤ ਸਾਰੇ ਉੱਥੋਂ ਦੇ ਉੱਥੇ ਪੜ੍ਹਾਈ ਕਰਨ ਗਏ ਨੇ, ਉੱਥੇ ਫਸੇ ਪਏ ਨੇ। ਸ਼ੁਰੂ ਤੋਂ ਹੋ ਰਿਹਾ, ਪਰ ਸਾਰੀ ਉਹਦੀ ਪਲੈਨਿੰਗ ਜਿਹੜੀ ਹੈ, ਉਹ 14 ਜਿਹੜੇ 에ਅਰਫੀਲਡ ਸੀਗੇ ਉਹਨਾਂ ਨੂੰ ਇੱਕ ਕਿਸਮ ਦਾ ਦੇਖੋ ਉਹਨਾਂ ਨੂੰ ਨਾਕਾਮਯਾਬ ਕਰ ਦਿੱਤਾ। ਕੋਈ ਲੈਂਡ ਨਹੀਂ ਕਰ ਸਕਦਾ ਉੱਥੇ। ਕਮਿਊਨੀਕੇਸ਼ਨ ਮੇਨ ਥਿੰਗ ਦੈਟ ਇਜ਼ ਕੱਟ ਆਫ, ਬਾਹਰਲੇ ਵਾਲੇ ਵੀ ਨਹੀਂ ਆ ਸਕਦੇ। ਇਹ 'ਚ ਕੋਈ ਸ਼ੱਕ ਨਹੀਂ ਕਿ ਬੜੀਆਂ ਪਾਬੰਦੀਆਂ ਲਾਤੀਆਂ ਗਈਆਂ ਨੇ ਨਾਟੋ ਮੁਲਕ, ਅਮਰੀਕਾ ਤੋਂ ਖਾਸ ਤੌਰ 'ਤੇ। ਪਰ ਉਹਦੀ ਪਰਵਾਹ ਨਾ ਕਰਦਿਆਂ ਹੋਇਆਂ ਉਹ ਆਪਣੇ ਮਿਸ਼ਨ ਦੀ ਕਾਮਯਾਬੀ ਵਾਸਤੇ ਅੱਗੇ ਵਧਦਿਆਂ ਹੋਇਆਂ ਇਸ ਵੇਲੇ ਉਹਨਾਂ ਨੇ ਘੇਰਾਬੰਦੀ ਕਰ ਰੱਖੀ ਹੈ। ਔਰ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਕਹਿ ਦਿੱਤਾ, ਕੁਝ ਘੰਟਿਆਂ ਦੀ ਗੱਲ ਹੈ ਕਿ ਉਹ ਨਜ਼ਦੀਕ ਆ ਰਹੇ ਨੇ, ਮਗਰ ਉਹਦੇ ਵੱਲੋਂ ਇਹ ਗੱਲ ਕਹਿ ਦੇਣੀ ਪ੍ਰੈਜ਼ੀਡੈਂਟ ਵੱਲੋਂ ਆਪਣੀ ਜਨਤਾ, ਹਥਿਆਰ ਵੰਡ ਦਿਓ, ਇਹਨਾਂ ਨੂੰ ਦੇ ਦਿਓ, ਆਮ ਨਾਗਰਾਮ ਤਿਆਰ ਕਰ ਦਿਓ, ਉਹ ਮੈਂ ਸਮਝਦਾ ਕਿ ਉਹਦੇ ਆਪਣੇ ਮੁਲਕ ਦੇ ਹਿੱਤ ਵਿੱਚ ਨਹੀਂ। ਬਿਲਕੁਲ, ਅਸੀਂ ਪਹਿਲਾਂ ਵੀ ਇਹ ਗੱਲ ਕਰ ਰਹੇ ਸੀ ਕਿ ਹਾਊ ਕੈਨ ਯੂ ਆਸਕ ਇੱਕ ਨੋਰਮਲ ਸਿਟੀਜ਼ਨ ਨੂੰ, ਆਈ ਥਿੰਕ ਇੱਕ ਕੰਟਰੀ ਦੀ ਇੱਕ ਬੇਸਿਕ ਜ਼ਿੰਮੇਵਾਰੀ ਹੁੰਦੀ ਹੈ ਵਾਰ ਵਰਗੀ ਕੰਡੀਸ਼ਨ 'ਚ ਕਿ ਤੁਸੀਂ ਪਹਿਲਾਂ ਆਪਣੇ ਨਾਗਰਿਕਾਂ ਨੂੰ ਸੇਵ ਕਰੋ ਜਾਂ ਇਵੈਕੂਏਟ ਕਰੋ ਜਾਂ ਸੇਫ ਹਾਊਸਿਸ 'ਚ ਬਣਾਓ, ਲੈ ਕੇ ਜਾਓ। ਲੇਕਿਨ ਬ੍ਰਿਗੇਡੀਅਰ ਹਰਵੰਤ, ਜਦੋਂ ਇੱਕ ਪ੍ਰੈਜ਼ੀਡੈਂਟ ਆਪ ਇਹ ਕਹਿ ਦਿੰਦਾ ਕਿ ਮੈਂ ਲੜਾਂਗਾ ਤੇ ਤੁਹਾਨੂੰ ਹਥਿਆਰ ਦਿੰਦੇ ਆ, ਆਮ ਲੋਕ ਆਪਣੇ ਦੇਸ਼ ਨੂੰ ਬਚਾਉਣ, ਇਹਦਾ ਮਤਲਬ ਕੀ ਹੈ ਕਿ ਵਰਚੁਅਲੀ ਹਾਰ ਮੰਨ ਲਈ ਹੈ ਤੇ ਜਾਂ ਲੋਕਾਂ ਨੂੰ ਅੱਗੇ ਭੇਜ ਰਿਹਾ ਕਿ ਮਰੋ ਤੁਸੀਂ ਜਾ ਕੇ? ਦੇਖੋ,
ਲੜਾਈ ਵਰਡਸ ਨਾਲ ਨਹੀਂ ਹੁੰਦੀ। ਹੂੰ ਲੜਾਈ ਇੱਕ ਆਰਗੇਨਾਈਜੇਸ਼ਨ ਤਰੀਕੇ ਨਾਲ ਹੁੰਦੀ ਹੈ, ਹੂੰ ਪੂਰੇ ਸੈਟਅਪ ਨਾਲ ਹੁੰਦੀ ਹੈ। ਯੂਕਰੇਨ रशिया के मुकाबले बहुत वीक है जी। ये ठीक है, एज ए पॉलिटिशियन ही कैन से एनीथिंग, जो उसकी मर्जी, हम लड़ेंगे, ये करेंगे, वो करेंगे, पर वो ज़्यादा देर टेक नहीं सकता, क्योंकि रशिया ने जिस तरह ब्रिगेडियर साहब ने दसिया प्रसीजन तरीके नाल उन्होंने नकारा किया है। उन्होंने तमाम कमांड कंट्रोल कम्यूनीकेशन तौर पर उन्होंने एयरफील्ड नकारा करते, उन्होंने जिन्ना कमांड स्ट्रक्चर सी सारा खत्म करता। तो हुण वो ज़्यादा देर टिक नहीं सकते। अगर वो इस तरह के ਆਮ ਸਿਵਲੀਅਨਸ ਨੂੰ ਅੱਗੇ ਕਰਦੇ ਨੇ ਤਾਂ ਮੇਰੇ ਖਿਆਲ ਇਸ ਕਾਊਂਟਰ ਪ੍ਰੋਡਕਟਿਵ, ਇਹਦੇ ਨਾਲ ਉਹਨਾਂ ਨੂੰ ਜ਼ਿਆਦਾ ਨੁਕਸਾਨ ਹੋਏਗਾ। ਠੀਕ ਹੈ, ਇਹ ਪੋਲੀਟੀਸ਼ੀਅਨ ਗੱਲਾਂ ਕਰਦੇ ਹੁੰਦੇ ਨੇ ਜੋਸ਼ ਨਾਲ ਦੇਣ ਵਾਸਤੇ, ਪਰ ਓਵਰਆਲ ਦ ਗੇਮ ਇਜ਼ ਆਲਮੋਸਟ ਓਵਰ। ਰਸ਼ੀਆ ਦਾ ਜਿਹੜਾ ਏਮ ਸੀ ਰਜੀਮ ਚੇਂਜ, ਉਹ ਇਹ ਕਰੇਗਾ, ਕਿਉਂਕਿ ਯੂਕਰੇਨ ਜਿਸ ਤਰ੍ਹਾਂ ਨੈਟੋ ਵੱਲ ਵੱਧ ਰਿਹਾ ਸੀ, ਰਸ਼ੀਆ ਨੂੰ ਕਦੇ ਵੀ ਐਕਸੈਪਟ ਨਹੀਂ ਕਰੇਗਾ। ਰਸ਼ੀਆ ਦੀ ਕਈ ਕੰਪਲਸ਼ਨਸ ਨੇ। ਥੋੜ੍ਹੀ ਦੇਰ ਪਹਿਲਾਂ ਤੁਹਾਨੂੰ ਯਾਦ ਹੋਏਗਾ ਜਰਮਨ ਦਾ ਇੱਕ ਐਡਮਿਰਲ ਇੰਡੀਆ ਆਇਆ ਸੀ ਤੇ ਉਹਨੇ ਕਿਹਾ ਸੀ ਕਿ ਵੀ ਸ਼ੁੱਡ ਰਿਸਪੈਕਟ ਰਸ਼ੀਅਨ ਇੰਟਰਸਟ, ਵੀ ਸ਼ੁੱਡ ਈਵਨ ਰਿਸਪੈਕਟ ਪੁਟਿਨ, ਕਿਉਂਕਿ ਰਸ਼ੀਆ ਦੀ ਜਿਹੜੀ ਵੱਡੀ ਪ੍ਰੋਬਲਮ ਹੈ ਉਹ ਹੈ ਕਿ ਰਸ਼ੀਆ ਕੋਲੇ ਕੋਈ ਵਾਰਮ ਵਾਟਰ ਪੋਰਟਸ ਨਹੀਂ ਹੈ। ਉਹਦਾ ਨਦਰਨ ਜਿਹੜਾ ਏਰੀਆ ਹੈ ਉਹ 6 ਮਹੀਨੇ ਜੰਮਿਆ ਰਹਿੰਦਾ ਬਰਫ਼ 'ਚ। ਉਹਦੀ ਮੇਨ ਪੋਰਟ ਜਿਹੜੀ ਹੈ ਨਾ ਉਹ ਬਲੈਕ ਸੀਜ਼ ਨੇ ਯੂਕਰੇਨ ਦੇ ਨਾਲ। ਬਿਲਕੁਲ ਇਸੇ ਕਰਕੇ ਤੁਹਾਨੂੰ ਯਾਦ ਹੋਏਗਾ ਕਿ 2014 'ਚ ਰੂਸ ਨੇ ਕ੍ਰਾਈਮੀਆ ਨੂੰ ਆਪਣੇ ਨਾਲ ਮਿਲਾ ਲਿਆ ਸੀ। ਬਿਲਕੁਲ। ਔਰ ਲੋਕਾਂ ਨੇ ਥੋੜ੍ਹਾ ਬਹੁਤਾ ਰੌਲਾ ਪਾਇਆ, ਚੁੱਪ ਹੋ ਗਏ। ਰੂਸ ਦਾ ਜਿਹੜਾ ਜੰਗੀ ਬੇੜਾ ਹੈ ਮੈਡੀਟੇਰੀਅਨ ਵਾਸਤੇ, ਉਹ ਸਾਰਾ ਓਡੇਸਾ ਦੀ ਹਾਰਬਰ ਦੇ ਵਿੱਚ ਹੈ, ਬਿਲਕੁਲ ਬਲੈਕ ਸੀ ਦੇ ਵਿੱਚ ਹੈ। ਤੇ ਇਸ ਕਰਕੇ ਉਹਦੇ ਇੰਟਰਸਟ ਵਾਈਟਲ ਨੇ ਕਿ ਯੂਕਰੇਨ ਰਸ਼ੀਆ ਫਰੈਂਡਲੀ ਰਹੇ। ਰਸ਼ੀਆ ਕੋਈ ਕਦੇ ਵੀ ਟੋਲਰੇਟ ਨਹੀਂ ਕਰੇਗਾ ਕਿ ਉੱਥੇ ਉਹ ਗਵਰਨਮੈਂਟ ਜਾਵੇ ਜਿਹੜੇ ਆ ਰਸ਼ੀਆ ਦੇ ਅਨਫਰੈਂਡਲੀ ਹੋਵੇ ਜਾਂ ਜਿਹਦੀ ਲੀਨਿੰਗ ਅਮਰੀਕਾ ਵੱਲ ਹੋਵੇ, ਨੈਟੋ ਵੱਲ ਹੋਵੇ। ਤਾਂ ਇਸੇ ਕਰਕੇ ਰਸ਼ੀਆ ਨੇ ਸਾਰਾ ਕੰਮ ਕੀਤਾ ਹੈ ਤੇ ਇਹ ਫੂਲਹਾੜੀ ਹੋਏਗਾ। ਯੂਕਰੇਨੀ ਪ੍ਰੈਜ਼ੀਡੈਂਟ ਵਾਸਤੇ ਕੋਈ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਦੇਣੀਆਂ ਉਹ ਜ਼ਿਆਦਾ ਟਿਕ ਨਹੀਂ ਸਕਣਗੇ, ਬਿਕਾਜ਼ ਡਿਸਪੈਰਿਟੀ ਇਜ਼ ਓਵਰਵੈਲਮਿੰਗ। ਉਹਨਾਂ ਦਾ ਜਿਹੜਾ ਰੇਸ਼ੋ ਪ੍ਰਪੋਰਸ਼ਨ ਹੈ ਬਹੁਤ ਜ਼ਿਆਦਾ ਹੈ ਇਨ ਫੇਵਰ ਆਫ ਰਸ਼ੀਆ। ਯੂਕਰੇਨ ਐਟ ਦਿਸ ਸਟੇਜ ਵਿਲ ਨਾਟ ਬੀ ਏਬਲ ਟੂ ਹੋਲਡ ਔਨ ਮੱਚ। ਬ੍ਰਿਗੇਡੀਅਰ ਕੁਲਵੰਤ, ਬਹੁਤ ਇੰਪੋਰਟੈਂਟ ਇੱਕ ਇਹਨੇ ਗੱਲ ਕੀਤੀ, ਓਡੀਸਾ ਜਿਹੜਾ ਉਹਨਾਂ ਦਾ ਪੋਰਟ ਸਿਟੀ ਹੈ ਜਿਹੜਾ ਬਲੈਕ ਸੀ ਤੇ ਲੱਗਦਾ ਹੈ, ਉਹਦਾ ਹੁਣ ਤੱਕ ਜਿਹੜਾ ਗਵਰਨਰ ਸੀਗਾ ਜਿਹੜਾ ਲਗਾਇਆ ਗਿਆ ਸੀਗਾ ਉਹ ਐਕਸ ਜਾਰਜੀਆ ਪ੍ਰੈਜ਼ੀਡੈਂਟ ਹੈ, US ਲੀਨਿੰਗ ਹੈ ਨੋ ਡਾਊਟ, ਤੇ ਜਾਰਜੀਆ ਵਿੱਚ ਹੀ ਇਜ਼ ਅ ਵਾਂਟਡ ਮੈਨ, ਉਹਦੀ ਐਕਸਟ੍ਰੈਡੀਸ਼ਨ ਜਾਰਜੀਆ ਮੰਗ ਰਿਹਾ ਹੈ। ਸੋ ਬੇਸਿਕਲੀ US ਦਾ ਇਨਫਲੂਐਂਸ ਜਾਂ ਜਿਸ ਤਰ੍ਹਾਂ US ਦੇ ਵੱਲ ਦੀ ਹੁਣ ਦੀ ਵੀ ਗਵਰਨਮੈਂਟ ਹੈ ਉਹ 'ਚ ਨੋ ਡਾਊਟ ਰਸ਼ੀਆ ਨੂੰ ਉਹ ਟੋਪਲ ਕਰਨੀ ਪੈਣੀ ਸੀ ਉਹਨਾਂ ਦੇ ਆਪਣੇ ਇੰਟਰਸਟ ਲਈ। ਸੋ ਅਸੀਂ ਵੈਸੇ ਤਾਂ ਕਹਿ ਰਹੇ ਕਿ ਇਟ ਇਜ਼ ਐਨ ਅਨਪ੍ਰੋਵੋਕਡ ਅਟੈਕ, ਬਟ ਡੂ ਯੂ ਥਿੰਕ ਇਹ ਜਿਹੜੀ ਪ੍ਰੋਵੋਕੇਸ਼ਨ ਹੈ ਯੂਕਰੇਨ ਤੋਂ ਨਹੀਂ ਤਾਂ US ਐਂਡ ਨਾਟੋ ਨੇਸ਼ਨਸ ਤੋਂ ਸੀਗੀ? ਸੋ ਪ੍ਰੋਬੇਬਲੀ ਪੁਟਿਨ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀਗਾ ਹੁਣ। ਨਾਟੋ ਕੰਟਰੀਜ਼ ਦੇਖੋ, ਇੱਕ ਤਾਂ ਸ਼ਰਤ ਰਹੀ ਹੈ ਇਹਦੀ ਰਸ਼ੀਆ ਦੀ ਪੁਤਿਨ ਦੀ ਕਿ ਭਾਈ ਇਹ 2014 ਦੀ ਗੱਲ ਕੀਤੀ ਹੈ ਬ੍ਰਿਗੇਡੀਅਰ ਹੰਟ ਨੇ ਕਿ ਉਸ ਸਮੇਂ ਜਦੋਂ ਕਿ ਕ੍ਰੀਮੀਆ ਨੂੰ ਕੈਪਚਰ ਕੀਤਾ, ਨਾਲ ਮਿਲਾ ਲਿਆ, ਕਿ ਉਦੋਂ ਇਹਨਾਂ ਦੀ ਅੰਡਰਸਟੈਂਡਿੰਗ ਹੋਈ, ਲਿਖਤੀ ਰੂਪ 'ਚ ਹੋਈ ਕਿ ਨਹੀਂ, ਕਿ ਨਾਟੋ ਕੰਟਰੀ ਦੇ ਛਤਰ ਛਾਇਆ ਤੇ ਹੇਠ ਨਹੀਂ ਆਏਗਾ ਜੀ। ਇਹ ਅੰਡਰਸਟੈਂਡਿੰਗ ਬਿਲਕੁਲ ਕਲੀਅਰ ਸੀਗੀ। ਹੁਣ ਅਮਰੀਕਾ ਵੀ ਚਾਹੁੰਦਾ ਸੀ ਕਿ ਇਹਨੂੰ ਹਰ ਪੱਖੋਂ ਇਹਨੂੰ ਘੇਰਾਬੰਦੀ ਕੀਤੀ ਜਾਏ ਇਹਦੀ ਰਸ਼ੀਆ ਦੀ। ਤੇ ਯੂਕਰੇਨ ਵਾਜ਼ ਵਨ ਥਿੰਗ, ਔਰ ਯੂਕਰੇਨ ਹੈਜ਼ ਬੀਨ ਉਹ ਯੂਨਾਈਟਿਡ ਕਿੰਗਡਮ ਦਾ ਕਠਪੁਤਲੀ ਬਣਿਆ ਸੀ ਜੀ। ਔਰ ਉਹ ਸਾਰਾ ਕਿ ਨਾਲੇ ਇੱਕ ਗੱਲ ਹੋਰ ਕਿ ਯੂਕਰੇਨ ਦਾ ਆਪਣਾ ਉਹਨਾਂ ਦਾ ਹੀ ਮਤਲਬ ਸੀਗਾ ਨਾਟੋ ਪਾਸ ਦਾ, ਉਹਦਾ ਆਪਣਾ ਵੀ ਸੀ ਕਿ ਇੱਕ ਇੰਡੀਪੈਂਡੈਂਟ ਸ਼ਕਤੀ ਬਣਨਾ ਚਾਹੀਦੀ, ਨਿਊਕਲੀਅਰ ਪਾਵਰ ਬਟ ਇੰਡੀਪੈਂਡੈਂਟ। ਉਹ ਵੀ ਇੱਕ ਚੈਲੰਜ ਸੀਗਾ ਰਸ਼ੀਆ ਵਾਸਤੇ। ਮਗਰ ਨਾਟੋ ਕੰਟਰੀਜ਼ ਦਾ ਆਪਣੇ ਵੱਲੋਂ ਇਹ ਡਰਾਵੇ ਧਮਕੀਆਂ ਦਿੱਤੀਆਂ ਗਈਆਂ, ਇਹ ਸਾਰਾ ਪ੍ਰੈਸ਼ਰ ਪਾਇਆ ਜਾਏ ਤਾਂ ਕਿ ਕਿਸੇ ਤਰੀਕੇ ਨਾਲ ਇਹ ਜੰਗ ਸ਼ੁਰੂ ਨਾ ਹੋਵੇ। ਤੇ ਹੁਣ ਵੀ ਇਹ ਸਾਰੇ 30 ਦੇ 30 ਨਾਟੋ ਕੰਟਰੀਜ਼ ਵਿੱਚੋਂ ਤੁਸੀਂ ਜਰਮਨੀ ਦੀ ਵੀ ਗੱਲ ਕੀਤੀ ਹੈ, ਉਹ ਫਰਾਂਸ ਵੀ ਵਿੱਚੋਂ ਇਹ ਪੂਰੇ ਇਹ ਨਹੀਂ ਹੈਗੇ ਇਹਦੇ ਨਾਲ। ਬਿਲਕੁਲ। ਹੁਣ ਚਾਈਨਾ ਹੈਗਾ, ਚਾਈਨਾ ਚਾਹੁੰਦਾ ਕਿ ਅਮਰੀਕਾ ਫਸਿਆ ਰਹੇ ਇਹਦੇ ਵਿੱਚ, ਉਲਝਣ 'ਚ ਇਹਨੂੰ ਉਲਝਾ ਰਹੇ, ਇਹ ਆਪਣੇ ਆਪ ਫਸ ਜਾਏਗਾ, ਕਿਉਂਕਿ ਉਹਦੀ ਪਲੈਨਿੰਗ ਚਾਈਨਾ ਦੀ ਤਾਂ ਕੁਝ ਹੈਗੀ ਹੈ ਕਿ ਬਈ ਉਹ ਵਿਸ਼ਵ ਸ਼ਕਤੀ ਬਣਨਾ ਚਾਹੁੰਦਾ, ਨੰਬਰ 1। ਸੋ ਜੋ ਕਿ ਖਾਸ ਤੌਰ 'ਤੇ ਜੋ ਕਿ ਅਮਰੀਕਾ ਵਾਸਤੇ ਚੈਲੰਜ ਇਹ ਵੇ ਹੁਣ ਵੱਡਾ ਕਿ ਉਹ ਜਿਹੜੀ ਆ ਤੁਸੀਂ ਗੱਲ ਕੀਤੀ ਹੈ ਕੋਲਡ ਵਾਰ ਹੋ ਗਈ, ਹੁਣ ਉਹਦੇ 'ਤੇ ਸਾਰੇ ਹੀ ਦੇਖੋ ਉਹਦਾ ਪ੍ਰਭਾਵ ਤਾਂ ਬੜਾ ਪਏਗਾ। ਉਹਦੇ ਜਿੰਨੇ ਵੀ ਦੇਖੋ ਪਾਈਪਲਾਈਨ ਹੈ ਉਹ ਇਹਨਾਂ ਨੇ ਬਲੌਕ ਕਰ ਦਿੱਤੀਆਂ ਨੇ। ਬਿਲਕੁਲ। ਤੇ ਤੇਲ ਦੀਆਂ ਕੀਮਤਾਂ ਦਾ ਪ੍ਰਭਾਵ ਤਾਂ ਸਾਰੇ 'ਤੇ ਪਏਗਾ, ਜਦੋਂ ਹੋਏਗਾ ਉਹ ਸਾਡੇ ਮੁਲਕ 'ਤੇ ਵੀ ਪਏਗਾ। ਉਹ ਫਿਰ ਉਹਦੇ ਨਾਲ ਕੀ ਹੈ, ਮਹਿੰਗਾਈ ਵਧੇਗੀ,
ਤੇ ਗਰੀਬੀ ਰੇਖਾ ਤੋਂ ਪਹਿਲਾਂ ਹੀ ਬੜੇ ਸਾਡੇ 30 ਕਰੋੜ ਦੇ ਤੇ ਹੋਰ ਹੋਣਗੇ ਥੱਲੇ। ਜੀ ਤੇ ਉਹ ਅਮਰੀਕਾ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਹੁਣ ਲੜਾਈ ਟਲ ਜਾਏ। ਉਦੋਂ ਵੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ, ਜੀ ਪਰ ਰਸ਼ੀਆ ਨਹੀਂ ਮੰਨਿਆ। ਰਸ਼ੀਆ ਦਾ ਬੜਾ ਏਮ ਬੜਾ ਕਲੀਅਰ ਹੈ। ਇੱਕ ਤੇ ਉਹ ਨਹੀਂ ਚਾਹੁੰਦਾ ਕਿ ਨਾਟੋ ਕੰਟਰੀਜ਼ ਇਹ 'ਚ ਇੰਟਰਫੇਅਰ ਪਹਿਲੋਂ, ਕਿਉਂਕਿ ਸਾਰੇ ਬਹੁਤ ਸਾਰੇ ਜੋ ਹੈ ਉਹ ਅਗੇਂਸਟ ਨੇ ਹੈਗੇ ਇਹਦੇ। ਫਿਰ ਨਾਲੇ ਜਿਹੜੀ ਸਭ ਤੋਂ ਵੱਡੀ ਚਿੰਤਾ ਜਿਹੜੀ ਉਹਨੂੰ ਹੈਗੀ ਹੈ ਰਸ਼ੀਆ ਨੂੰ, ਉਹ ਹੈਗਾ ਨਿਊਕਲੀਅਰ ਜਿਹੜੇ ਉਹਨਾਂ ਕੋਲ ਸਟਾਕ ਪਾਈਲਸ ਨੇ। ਉਹ ਪਤਾ ਹੈਗਾ ਰਸ਼ੀਅਨ ਕਿੰਨੇ ਕੁ ਹੈਗੇ ਨੇ, ਬਿਲਕੁਲ। ਤੇ ਉਹ ਕਿਤੇ ਗਲਤੀ ਦੇ ਨਾਲ ਇਸ ਹਮਲੇ ਦੇ ਵਿੱਚ ਹੋ ਗਏ, ਗਲਤੀ ਨਾਲ ਕੁਝ ਉਸ ਮਿਸਾਈਲਸ ਨੇ, ਰੌਕਟਸ ਨੇ, 에ਅਰ ਵਾਰਫੇਅਰ ਸਭ ਕੁਝ ਚੱਲਿਆ। ਤੇ ਮਗਰ ਉਹ ਚਲਾਉਣ ਵਾਲੇ ਜੋ ਅਮਰੀਕਾ ਹੈ ਇਸ ਵੇਲੇ ਉਹ ਕਰ ਰਿਹਾ ਜ਼ਿਆਦਾ ਪਬਲਿਸਿਟੀ, ਉਹ ਕਰ ਰਿਹਾ ਇੱਕ ਸਾਈਕੋਲੋਜੀਕਲ ਵਾਰ। ਇੰਨਾ ਨੁਕਸਾਨ ਹੋ ਗਿਆ ਰਸ਼ੀਆ ਦਾ, ਨੁਕਸਾਨ ਤੇ ਹੋਏਗਾ ਜ਼ਰੂਰ, ਹੋ ਰਿਹਾ, ਦੋਵਾਂ ਦਾ ਹੁੰਦਾ। ਜਿਹੜਾ ਵੀ ਮੁਲਕ ਹਮਲਾ ਕਰਦਾ ਜਿਹੜਾ ਉਹਦੇ ਉੱਤੇ ਹੁੰਦਾ, ਦੋਵਾਂ ਦਾ ਹੁੰਦਾ, ਕਿਸੇ ਦਾ ਵੱਧ ਕਿਸੇ ਦਾ ਘੱਟ। ਮਗਰ ਸਾਈਕੋਲੋਜੀਕਲ ਵਾਰਫੇਅਰ, ਇਨਫੋਰਮੇਸ਼ਨ ਵਾਰਫੇਅਰ ਵੀ ਉੱਥੋਂ ਚੱਲ ਰਹੀ ਹੈ। ਪਰ ਹੱਲ ਜਿਹੜਾ ਨਾ ਇਹਦਾ ਅਖੀਰ ਤੇ ਕੋਈ ਵੀ ਜੰਗ ਹੁੰਦੀ ਹੈ ਅਖੀਰ ਤੇ ਗੱਲਬਾਤ ਰਾਹੀਂ ਹੱਲ ਹੁੰਦਾ। ਤੇ ਉਹਦੀ ਗੱਲਬਾਤ ਇਹੋ ਹੀ ਹੈ ਕਿ ਉਹਨੇ ਕੈਪਚਰ ਕਰਨ ਨੂੰ ਪਹਿਲਾਂ ਕਹਿਤਾ ਸੀ ਕਿ ਮੈਂ ਉਹਦੇ ਤੇ ਕੋਈ ਹੁਕੂਮਤ ਨਹੀਂ ਕਰਨੀ। ਉਹਨੂੰ ਕੈਪਚਰ ਉੱਥੇ ਤੇ ਰਜੀਮ ਬਦਲੀ ਦੀ ਗੱਲ ਹੈ ਉਹ ਕਰਕੇ ਤੇ ਨਾਟੋ ਕੰਟਰੀ ਵਾਸਤੇ ਹਾਲੇ ਕਿ ਉਹਨਾਂ ਨੇ ਆਪਣੀਆਂ ਫੋਰਸਿਸ ਭਾਵੇਂ ਮੋਬਿਲਾਈਜੇਸ਼ਨ ਕਰਨ ਦੇ, ਲਾਗੇ ਚਾਗੇ ਕਰਨ, ਉਹ ਸਾਰੇ ਕਾਰਵਾਈ ਕੀਤੇ ਨੇ, ਪਰ ਉਹ ਕਿਉਂ ਨਹੀਂ ਅੰਦਰ ਆ ਕੇ, ਕਿਉਂ ਨਹੀਂ ਉਹਦੀ ਸਪੋਰਟ ਕਰਦੇ? ਇੱਕ ਤੇ ਉਹਨਾਂ ਨੇ ਪਹਿਲਾਂ ਦੇਖ ਲਿਆ, ਅਮਰੀਕਾ ਨੇ ਦੇਖ ਲਿਆ, ਆਪਣਾ ਵੀਅਤਨਾਮ 'ਚ ਆ ਕੇ ਦੇਖ ਲਿਆ, ਹੁਣ ਅਫਗਾਨਿਸਤਾਨ 'ਚ ਆ ਕੇ ਦੇਖਿਆ ਨਾਟੋ ਕੰਟਰੀ। ਉੱਥੇ ਉਹਨਾਂ ਦਾ ਇੱਕ ਸੈਨਿਕ ਮਾਰਿਆ ਜਾਂਦਾ ਸੀ ਤੇ ਰੌਲਾ ਪੈਂਦਾ ਸੀ ਉੱਥੇ ਅਮਰੀਕਾ 'ਚ ਕਿ ਕੀ ਹਾਲਤ ਹੈ। ਇਸ ਵਾਸਤੇ ਕੋਈ ਵੀ ਕਿਸੇ ਦੇ ਮੁਲਕ ਵਾਸਤੇ ਲੜਨ ਨੂੰ ਤਿਆਰ ਨਹੀਂ ਹੁੰਦਾ। ਫੋਰਸਿਸ ਜਦੋਂ ਹੁਕਮ ਮਿਲੇ ਤਾਂ ਫਿਰ ਤਾਂ ਹੋਣਾ ਹੀ ਹੈ। ਇਸ ਵਾਸਤੇ ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡੀ ਗੇਮ ਜੋ ਕਿ ਅਮਰੀਕਾ ਵੀ ਖੇਡ ਰਿਹਾ, ਪਰ ਸਾਨੂੰ ਹੁਣ ਇਸ ਵੇਲੇ ਸਾਡੀ ਲੋੜ ਹੈਗੀ ਹੈ ਕਿ ਆਪਣੇ ਫੂਕ ਕੇ ਕਦਮ ਚੁੱਕਣ ਦੀ। ਸਾਡੀ ਸਹਾਇਤਾ ਜੇ ਕੀਤੀ ਇੱਕ ਪਾਸੇ ਤੇ ਰਸ਼ੀਆ ਨੇ ਕੀਤੀ, ਰਾਈਟ ਫਰਾਮ ਜਦੋਂ ਪਾਰਟੀਸ਼ਨ ਹੋਈ, ਤੇ ਜਦੋਂ ਪਾਰਟੀਸ਼ਨ ਹੋਈ 47-48 'ਚ ਤੇ UN ਚਲਾ ਗਿਆ ਕਸ਼ਮੀਰ ਦੇ ਮੁਸਲਿਮ ਪਾਕਿਸਤਾਨ, ਔਰ ਉਹ ਵੀਟੋ ਪਾਰ ਪੰਜਾਂ 'ਚ ਉਹਦੀ ਵੀਟੋ ਪਾਰ, ਤੇ ਉਹਨੇ ਉਹਦਾ ਮੁਖਾਲਫਤ ਕੀਤੀ ਤੇ 71 ਦੀ ਜੰਗ ਤੋਂ ਅਭੀ ਤੱਕ ਕਰਦਾ ਆ ਰਿਹਾ। ਬਿਲਕੁਲ। ਹੁਣ ਵੀਟੋ ਪਾਵਰ ਇਸਤੇਮਾਲ ਉਹਨੂੰ ਕਰਕੇ ਸਾਰੇ UN ਸਿਕਿਉਰਿਟੀ ਕਾਉਂਸਲ ਜਿਹੜਾ ਹੋਇਆ, ਔਰ ਉਹ ਹੁਣ ਵੀਟੋ ਪਾਵਰ ਫਿਰ ਉਹਦੇ ਕੋਲ ਹੈਗੀ ਪੰਜਾਂ 'ਚੋਂ। ਪਰ ਯੂਕਰੇਨ ਜਿਹੜਾ ਹੈ ਉਹ ਉਹਦੇ ਸਾਡੇ ਅਗੇਂਸਟ ਜਾਂਦਾ ਰਿਹਾ। ਉਹ ਸਾਡੇ ਜਦੋਂ UN ਸਿਕਿਉਰਿਟੀ ਕਾਉਂਸਲ ਜਾਂ ਦੂਸਰੇ ਉਹਦੇ ਸਾਡੇ ਅਗੇਂਸਟ ਚੱਲਦਾ ਰਿਹਾ। ਬਹੁਤ ਸਾਰੀਆਂ ਇਹੋ ਜਿਹੀਆਂ ਉਦਾਹਰਨਾਂ ਹੈਗੀਆਂ ਨੇ। ਇਸ ਵਾਸਤੇ ਦੂਸਰੇ ਪਾਸੇ ਅਮਰੀਕਾ ਹੈ, ਅਸੀਂ ਵੈਪਨ ਦੇ ਦੋਵਾਂ ਪਾਸੇ ਲੈ ਰਹੇ ਹਾਂ। S-400 ਹੋਏ ਜਾਂ ਰਸ਼ੀਆ ਤੋਂ, ਰਸ਼ੀਆ ਸਾਡਾ ਟਾਈਮ ਟੈਸਟਡ ਫਰੈਂਡ, ਅਮਰੀਕਾ ਪਿੱਛੇ ਸਾਡਾ ਸਾਈਡ में ਸਾਡਾ ਝੁਕਾਓ ਹੈ, ਇਹ 'ਚ ਕੋਈ ਸ਼ੱਕ ਨਹੀਂ। ਸੋ ਇਸ ਵਾਸਤੇ ਹਾਲੇ ਕਿ ਅਮਰੀਕਾ ਚਾਹੁੰਦਾ ਕਿ ਅਸੀਂ ਉਹਦੇ ਨਾਲ ਚੱਲੀਏ। ਰਸ਼ੀਆ ਜੋ ਚਾਈਨਾ ਉਹ ਤੇ ਆਪਣਾ ਦੇਖ ਰਿਹਾ ਕਿ ਪਾਕਿਸਤਾਨ ਨੂੰ ਅੱਗੇ ਲਾ ਕੇ ਚੱਲ ਬਾਈ ਇਮਰਾਨ ਖਾਨ ਨੂੰ ਭੇਜਤਾ ਰਸ਼ੀਆ ਕੋ, ਕਿਉਂਕਿ ਉਹਦੀ ਬਹੁਤ ਵੱਡੀ ਪਲੈਨਿੰਗ ਹੈ, ਗੇਮ ਪਲੈਨਿੰਗ ਹੈ। ਇਸ ਵਾਸਤੇ ਮੈਂ ਸਮਝਦਾ ਬੜਾ ਆਪਣੇ ਸਾਡੀ ਸਰਕਾਰ ਨੂੰ ਬੜੀ ਸੋਚ ਸਮਝ ਕੇ ਕਦਮ ਚੁੱਕਣੇ ਪੈਣਗੇ ਤਾਂ ਕਿ ਸਾਡੀ ਜਿਹੜੀ ਪਾਲਿਸੀ ਹੈਗੀ, ਨੈਸ਼ਨਲ ਪਾਲਿਸੀ ਜਿਹੜੀ ਕਿ ਨਾਨ ਅਲਾਈਨਮੈਂਟ ਹੈ, ਉਹਦੇ ਤੇ ਚੱਲਿਆ ਜਾਏ। ਹੁਣ ਤੱਕ ਇੰਡੀਆ ਪ੍ਰੀਕੇਰੀਅਸ ਪੋਜੀਸ਼ਨ 'ਚ ਤਾਂ ਹੀ ਐਬਸਟੇਨ ਵੀ ਕੀਤਾ ਵੋਟ ਕਰਨ ਤੋਂ। ਬਟ ਬ੍ਰਿਗੇਡੀਅਰ ਹਰਵੰਤ, ਮੈਂ ਪੁੱਛਣਾ ਚਾਹ ਰਿਹਾ ਕਿਉਂਕਿ 2 ਵਾਰ ਪਹਿਲਾਂ ਜਦੋਂ ਪ੍ਰੋ ਰਸ਼ੀਅਨ ਪ੍ਰੈਜ਼ੀਡੈਂਟ ਰਹੇ ਨੇ ਯੂਕਰੇਨ ਦੇ, ਉਦੋਂ ਲੋਕਾਂ ਨੇ ਰੈਵੋਲੂਸ਼ਨ ਕਰਕੇ ਤਖਤਾ ਪਲਟ ਕੀਤਾ, ਜਿਹਨੂੰ ਅਸੀਂ ਯੂਰੋ ਮੈਦਾਨ ਜਾਣਦੇ ਹਾਂ। ਸੋ ਇੱਕ ਵਾਰ ਹੁਣ ਰਸ਼ੀਆ ਅੰਦਰ ਆ ਗਿਆ, ਤਖਤਾ ਪਲਟ ਵੀ ਲੈਟਸ ਸੇ ਉਹ ਕਰ ਲੇਗਾ, ਵੀ ਆਲਮੋਸਟ ਨੋ ਕਿ ਇਹ ਵਾਰ ਰਸ਼ੀਆ ਨੇ ਜਿੱਤ ਜਾਣਾ, ਤਖਤਾ ਪਲਟ ਕਰਨਾ ਚਾਹੁੰਦੇ ਕਰ ਲੈਣਗੇ। ਬਟ ਇਹ ਵੀ ਤਾਂ ਇੱਕ ਵਾਰ ਫਿਰ ਸ਼ਾਰਟ ਟਰਮ ਸੋਲਿਊਸ਼ਨ ਹੈ। ਹੁਣ ਤੋਂ ਕੁਝ ਸਾਲ ਬਾਅਦ ਚਾਹੇ ਲੋਕੀ ਜਾਂ ਅਮਰੀਕਾ ਜਿਵੇਂ ਮਰਜ਼ੀ ਗਰੀਲਾ ਵਾਰਫੇਅਰ ਕਰਵਾ ਕੇ ਇੱਕ ਵਾਰ ਦੁਬਾਰਾ ਪ੍ਰੋ US ਲੈ ਆਏਗਾ, ਤਾਂ ਕੀ ਹੁਣ ਨੀਅਰ ਫਿਊਚਰ 'ਚ ਅਸੀਂ ਆਹੀ ਦੇਖਦੇ ਰਹਾਂਗੇ, ਯੂਕਰੇਨ ਐਵੇਂ ਪਿਸਦਾ ਰਹੇਗਾ ਇਹਦੇ ਵਿੱਚ? ਦੇਖੋ, ਇਹ ਬੇਸਿਕਲੀ ਇਹ ਝਗੜਾ ਹੈ ਬਿਟਵੀਨ ਅਮਰੀਕਾ ਐਂਡ ਰਸ਼ੀਆ। ਬਿਲਕੁਲ। ਯੂਕਰੇਨ ਦੋਨਾਂ ਦੀ ਪ੍ਰੋਕਸੀ ਵਾਰ ਦੇ ਵਿੱਚ ਵਿਚਾਰਾ ਫਸ ਗਿਆ। ਬਿਲਕੁਲ। ਜਿਹੜਾ ਪਹਿਲਾਂ ਤੁਸੀਂ ਤਖਤਾ ਪਲਟ ਦਾ ਗੱਲ ਕਰੀ, ਉਹਦੇ ਬਾਰੇ ਵੀ ਰਿਪੋਰਟਸ ਨੇ ਕਿ ਉਹ ਅਮਰੀਕਾ ਦੀ ਸ਼ਹਿ ਨਾਲ ਹੋਇਆ ਜੀ। ਉਸ ਤੋਂ ਬਾਅਦ ਜਿਹੜੀਆਂ 2 ਪ੍ਰੋਵਿੰਸਿਸ ਰਸ਼ੀਆ ਨੇ ਆਪਣੇ ਨਾਲ ਮਿਲਾ ਲਏ ਜੀ, ਕਿਉਂਕਿ ਯੂਕਰੇਨ ਦੇ ਵਿੱਚ, ਈਸਟ ਯੂਕਰੇਨ ਵਿੱਚ ਬਹੁਤ ਸਾਰੀ ਜਨਤਾ ਹੈ ਜੋ ਰਸ਼ੀਅਨ ਬੋਲਦੀ ਹੈ, ਬਲਕਿ ਇਹਨਾਂ ਦੇ ਹਿਸਟਰੀ ਥਰੂ ਤੋਂ ਇਕੱਠੇ ਰਹੇ ਨੇ, ਮਿਲੇ ਹੋਏ ਆਪਸ ਕੰਟਰੀਜ਼ ਰਹੇ ਨੇ, ਤੇ ਉਹ ਉਹਨਾਂ ਦੀ ਸੋਸ਼ੋ ਇਕਨੋਮਿਕ ਸਾਰੀ ਕੰਡੀਸ਼ਨ ਇੱਕੋ ਜਿਹੀ ਹੈ। ਇੱਥੋਂ ਤੱਕ ਕਿ ਖਰੁਸ਼ਚੇਵ ਜਿਹੜਾ USSR ਦਾ ਬੜਾ ਤਕੜਾ ਲੀਡਰ ਸੀ, ਹੀ ਵਾਸ ਬੇਸਿਕਲੀ ਯੂਕਰੇਨੀਅਨ। ਤਾਂ ਯੂਕਰੇਨ ਐਂਡ ਰਸ਼ੀਆ ਦੇ ਹੈਵ ਡੀਪ ਲਿੰਕੇजेस ਜੀ। ਹੁਣ ਕਿਉਂਕਿ ਅਮਰੀਕਾ
ਚਾਹੁੰਦਾ ਸੀ ਕਿ ਉਹ ਈਸਟ ਵੱਲ ਨੈਟੋ ਨੂੰ ਵਧਾਵੇ, ਜੀ ਰਸ਼ੀਆ ਇਹਨੂੰ ਨਹੀਂ ਚਾਹੁੰਦਾ, ਤਾਂ ਇਹਨਾਂ ਦੀ ਕਸ਼ਮਕਸ਼ ਚੱਲਦੀ ਚੱਲਦੀ ਰਹੇਗੀ। ਰਹੇਗੀ। ਤੇ ਜੋ ਕੋਲਡ ਵਾਰ ਦੀ ਗੱਲ ਹੈ ਉਹ ਹੁੰਦਾ ਰਹੇਗਾ, ਤੇ ਪੂਅਰ ਯੂਕਰੇਨੀਅਨ ਇਹਦਾ ਵਿਕਟਮ ਬਣਨਗੇ, ਕਦੇ ਕੋਈ ਗੜਬੜ ਕਰਾਏਗਾ, ਕਦੇ ਕੋਈ ਗੜਬੜ ਕਰਾਏਗਾ। ਪਰ ਰਸ਼ੀਆ ਨਹੀਂ ਚਾਹੇਗਾ ਕਿ ਉੱਥੇ ਕੋਈ ਗੜਬੜ ਹੋਏ। ਇਸ ਕਰਕੇ ਹੁਣ ਤੱਕ ਜਿਹੜਾ ਰਸ਼ੀਆ ਨੇ ਇੰਟਰਫੇਰੈਂਸ ਕੀਤੀ ਉਹ ਸੀ ਤਕਰੀਬਨ ਨਾਨ ਵਾਇਲੈਂਟ ਟਾਈਪ, ਪ੍ਰੋਕਸੀ ਗੜਬੜ ਕਰਾ ਕੇ। ਜੀ ਨਾਓ ਹੁਣ ਰਸ਼ੀਆ ਨੇ ਆਪਣੀ ਫੋਰਸਸ ਭੇਜੀਆਂ ਨੇ, regime change ਜਿਹੜੀ ਹੋਏਗੀ, Russian forces will remain there, ਰਾਈਟ even if they are not there, they make sure ਕਿ ਉੱਥੇ ਕੋਈ ਗੜਬੜ ਨਾ ਹੋਵੇ, ਉੱਥੇ full fledged ਸ਼ਾਂਤੀ ਹੋਵੇ, ਪ੍ਰੋ ਰਸ਼ੀਅਨ ਸ਼ਾਂਤੀ, ਰਾਈਟ ਨਾਟ ਨਿਊਟਰਲ ਸ਼ਾਂਤੀ। ਕਿ ਜੋ ਵੀ ਹੈ, ਜਿੱਥੇ ਤੱਕ ਲੋਕਾਂ ਦਾ ਸਵਾਲ ਹੈ, ਲੋਕ ਸੈਂਟੀਮੈਂਟਲ ਹੋ ਜਾਂਦੇ ਆ, ਨਾਅਰੇ ਲਾਉਂਦੇ ਆ, ਪਰ ਇਹ ਜਿਹੜੀ ਕੰਟਰੀਜ਼ ਨੇ, ਸਪੈਸ਼ਲੀ ਸੋਵੀਅਤ ਯੂਨੀਅਨ ਤੋਂ ਜਿਹੜੇ ਟੁੱਟ ਕੇ, ਇਹਨਾਂ ਨੇ ਬਹੁਤ ਸਾਲ ਡਿਕਟੇਟਰਸ਼ਿਪ ਦੇਖੀ ਹੈ, ਦੇ ਆਰ ਯੂਜ਼ ਟੂ ਇਟ, ਦੇ ਆਰ ਨਾਟ ਯੂਜ਼ ਟੂ ਡੈਮੋਕ੍ਰੇਸੀ, ਤਾਂ ਉਹ ਯੂਜ਼ ਟੂ ਹੋ ਜਾਣਗੇ ਜਿਹੜੀ ਵੀ ਸਰਕਾਰ ਆਏਗੀ। ਤਾਂ ਇਸ ਕਰਕੇ ਰਜੀਮ ਚੇਂਜ ਇੱਥੇ ਹੋਏਗਾ, ਕੋਲਡ ਵਾਰ ਚੱਲਦੀ ਰਹੇਗੀ, ਪਰ ਰਸ਼ੀਆ ਵਿਲ ਨਾਟ ਲਾਈਕ ਯੂਕਰੇਨ ਟੂ ਬੀ ਡੀਸਟੈਬਲਾਈਜ਼, ਰਸ਼ੀਆ ਵਿਲ ਸਟੈਬਲਾਈਜ਼ ਇਟ ਇਫ ਰਿਕੁਆਇਰਡ ਵਿਦ ਫੋਰਸ। ਪਰ ਇਹ ਮੈਨੂੰ ਲੱਗਦਾ ਬਹੁਤ ਹੀ ਈਜ਼ੀ ਆਪਾਂ ਗੱਲ ਦੱਸਤੀ ਕਿ ਇੱਥੇ ਖਤਮ ਹੋ ਜਾਏਗੀ। ਯੂਕਰੇਨ ਤੋਂ ਵੀ ਜੇ ਅੱਗੇ ਵੱਧੇ, ਤੁਹਾਨੂੰ ਨਹੀਂ ਲੱਗਦਾ ਕਿ ਇਸ ਤੋਂ ਬਾਅਦ ਹੁਣ ਸੈਂਕਸ਼ਨਸ ਹੀ ਸ਼ੁਰੂ ਕੀਤੀਆਂ ਨੇ ਹਜੇ ਨਾਟੋ ਨੇਸ਼ਨਸ ਨੇ, ਉਹ ਕਿਸੇ ਤਰ੍ਹਾਂ ਦਾ ਐਕਸ਼ਨ ਲੈ ਸਕਦੇ ਨੇ? ਦੇਖੋ, ਸੈਂਕਸ਼ਨ ਦੀ ਆਪਾਂ ਹਿਸਟਰੀ ਦੇਖੀ ਹੈ, ਈਰਾਨ ਦੇ ਅਗੇਂਸਟ ਸੈਂਕਸ਼ਨ ਪਿਛਲੇ 40 ਸਾਲਾਂ ਤੋਂ ਹੋ ਰਹੀਆਂ ਨੇ। ਸੈਂਕਸ਼ਨ ਦਾ ਆਪਣਾ ਵੈਲਿਊ ਹੈ, ਔਰ ਰਸ਼ੀਆ ਨੇ ਇਹ ਸਾਰੇ ਕੈਲਕੂਲੇਟ ਕੀਤਾ ਹੈ। ਇਫ ਯੂ ਰਿਮੈਂਬਰ, ਥੋੜੀ ਦੇਰ ਪਹਿਲੇ ਰਸ਼ੀਆ ਨੇ ਚਾਈਨਾ ਦੇ ਨਾਲ ਇੱਕ ਸੰਧੀ ਕੀਤੀ ਹੈ, ਐਗਰੀਮੈਂਟ ਕੀਤਾ ਹੈ ਕਿ ਉਹਨਾਂ ਦਾ ਤੇਲ ਤੇ ਗੈਸ ਲਏਗਾ। ਬਿਲਕੁਲ। ਰਸ਼ੀਆ ਬੇਸਿਕਲੀ ਉਹ ਪੈਸੇ ਅਰਨ ਕਰਦਾ ਹੈ ਤੇਲ ਤੇ ਗੈਸ ਐਕਸਪੋਰਟ ਕਰਦੇ। ਡੈਫੀਨਿਟਲੀ ਤੇਲ ਤੇ ਗੈਸ, ਸਪੈਸ਼ਲੀ ਗੈਸ ਜਰਮਨੀ, ਫਰਾਂਸ ਵਗੈਰਾ ਜਾਂਦੀ ਹੈ। ਜੇ ਉਹਨਾਂ ਨੇ ਬੰਦ ਕਰਤੀ, ਰਸ਼ੀਆ ਦੀ ਮਾਰਕੀਟ ਚਾਈਨਾ ਵਾਸਤੇ, ਚਾਈਨਾ ਕੋਲ ਹੈ, ਸੋ ਰਸ਼ੀਆ ਨੂੰ ਜ਼ਿਆਦਾ ਫਰਕ ਨਹੀਂ ਪਏਗਾ, ਬਲਕਿ ਜਰਮਨੀ ਤੇ ਫਰਾਂਸ ਨੂੰ ਜ਼ਿਆਦਾ ਫਰਕ ਪਏਗਾ। ਉਹ ਠੰਡ ਨਾਲ ਮਰ ਜਾਣਗੇ ਜੇ ਰਸ਼ੀਅਨ ਗੈਸ ਜ਼ਿਆਦਾ ਹੀ ਬੰਦ ਹੋ। ਤਾਂ ਇਸ ਕਰਕੇ ਸੈਂਕਸ਼ਨ ਇੰਪੋਰਟੈਂਟ ਨੇ, ਉਹਨਾਂ ਦੀ ਵੈਲਿਊ ਹੈ, ਪਰ ਰਸ਼ੀਆ ਨੇ ਉਹਨੂੰ ਕੈਟਰ ਕੀਤਾ ਹੈ, ਔਰ ਰਸ਼ੀਆ ਔਖੇ ਟਾਈਮ ਤੋਂ ਲੰਘਿਆ ਹੈ, ਉਹ ਸੈਂਕਸ਼ਨ ਨੂੰ ਟੋਲਰੇਟ ਕਰ ਸਕਦਾ, ਜਿਸ ਤਰ੍ਹਾਂ ਇਰਾਨ ਨੇ ਕੀਤੇ ਨੇ। ਇਸ ਕਰਕੇ ਸੈਂਕਸ਼ਨ ਨਾਲ ਜ਼ਿਆਦਾ ਫਰਕ ਨਹੀਂ ਪਏਗਾ, ਕਿਉਂਕਿ ਨੈਸ਼ਨਲ ਸਰਵਾਈਵਲ ਜਿਹੜਾ ਨੈਸ਼ਨਲ ਏਮ ਉਹ ਬਹੁਤ ਜ਼ਰੂਰੀ ਹੁੰਦਾ ਹੈ, ਔਰ ਨੈਸ਼ਨਲ ਏਮ ਸੈੱਟ ਕਰਨ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਦੀ ਕੈਲਕੂਲੇਸ਼ਨ ਕੀਤੀ ਜਾਂਦੀ ਹੈ। ਨੈਸ਼ਨਲ ਏਮ ਇੱਕਦਮ ਇਵਾਲਵ ਨਹੀਂ ਹੁੰਦਾ, ਉਹ ਆਈਸੋਲੇਸ਼ਨ 'ਚ ਇਵਾਲਵ ਨਹੀਂ ਹੁੰਦਾ, ਉਹ ਸਾਰੀਆਂ ਚੀਜ਼ਾਂ ਮਿਲਟਰੀ, ਇਕਨੋਮਿਕਸ, ਡਿਪਲੋਮੈਟਿਕ, ਐਵਰੀਥਿੰਗ ਉਹਦੇ 'ਚ ਕੈਲਕੂਲੇਟ ਕੀਤੀ ਜਾਂਦੀ, ਫਿਰ ਉਹ ਏਮ ਬਣਦਾ। ਹੁਣ ਉਹਨਾਂ ਨੇ ਨੈਸ਼ਨਲ ਏਮ ਬਣਾਇਆ ਕਿ ਇਹਨੂੰ ਅਸੀਂ ਰਜੀਮ ਚੇਂਜ ਕਰਨਾ, ਉਹ ਕਰਨਗੇ। ਸੈਂਕਸ਼ਨ ਦੇ ਨਾਲ ਜ਼ਿਆਦਾ ਫਰਕ ਨਹੀਂ ਪਏਗਾ, ਥੋੜ੍ਹਾ ਬਹੁਤਾ ਫਰਕ ਪਏਗਾ, ਦੈਟ ਦੇ ਹੈਵ ਮੇਡ ਅਰੇਂਜਮੈਂਟ, ਉਹਨੂੰ ਟੋਲਰੇਟ ਕਰ ਲੈਣਗੇ। ਬ੍ਰਿਗੇਡੀਅਰ ਕੁਲਦੀਪ, ਅਸੀਂ ਬਾਰ-ਬਾਰ ਗੱਲ ਕਰ ਰਹੇ ਹਾਂ ਕਿ ਹੱਲ ਤਾਂ ਅਖੀਰ 'ਚ ਟੇਬਲ ਤੇ ਹੀ ਹੋਣਾ, ਗੱਲਬਾਤ ਨਾਲ ਹੀ ਹੋਣਾ। ਐਜ਼ ਅ ਮਿਲਟਰੀ ਸਟ੍ਰੈਟੇਜਾਈਜ਼ਰ, ਤੁਸੀਂ ਇੰਨੀ ਸੀਨੀਅਰ ਪੋਸਟ ਤੇ ਰਹੇ ਹੋ, ਹਾਊ ਡੂ ਯੂ ਸੀ ਕਿ ਕਿਸ ਤਰ੍ਹਾਂ ਦੀ ਗੱਲਬਾਤ ਤੇ ਦੋਵੇਂ ਸਾਈਡਸ ਦੀ ਸਹਿਮਤੀ ਹੋ ਸਕਦੀ ਹੈ ਹੁਣ ਦੀ ਸਿਚੁਏਸ਼ਨ ਨੂੰ ਦੇਖਦੇ ਹਾਂ? ਇਹਦੇ 'ਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਪਾਇਆ, ਬੈਕਡੋਰ ਚੈਨਲ ਹੁੰਦਾ, ਰਾਈਟ, ਜਿਹੜਾ ਕਿ ਹੁਣ ਵੀ ਮੇਰਾ ਖਿਆਲ ਇਹ ਕੰਮ ਕਰ ਰਿਹਾ ਹੋਏਗਾ। ਉਹ 'ਚ ਕੰਟਰੀ ਲਾਈਕ ਆਪਣੇ ਮੁਲਕ ਦੀ ਗੱਲ ਕਰ ਲਓ, ਸਾਡੇ ਹੁਣ ਦੋਵਾਂ ਪਾਸੇ ਫਸੇ ਬੈਠੇ ਆ ਜੀ, ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੱਲਬਾਤ ਕੀਤੀ ਹੈ ਪੁਤਿਨ ਨਾਲ, ਤੇ ਇਸ ਤਰੀਕੇ ਨਾਲ ਜਿਹੜੇ ਕੰਟਰੀ ਹੈਗੇ ਨੇ, ਨਾਟੋ ਕੰਟਰੀਜ਼ ਵੀ ਹੈਗੇ ਨੇ, ਹੁਣ ਜਿਹੜੀ ਜਰਮਨੀ ਜਾਂ ਫਰਾਂਸ ਦੀ ਗੱਲ ਹੋਵੇ, ਉਹ ਵੀ ਚਾਹੁੰਗੇ ਕਿ ਭਾਈ ਇਹ ਰਸਤਾ ਖੁੱਲੇ। ਉਹ ਤਾਂ ਠੀਕ ਹੈ, ਹੁਣ ਤੇ ਦਬਾਅ ਪਾਇਆ ਜੀ, ਇਸ ਵਾਸਤੇ ਬੈਕ ਚੈਨਲ ਇਜ਼ ਵਨ ਥਿੰਗ। ਦੂਸਰਾ, ਰਸ਼ੀਆ ਨੇ ਖੁਦ ਕਹਿਤਾ, ਉਹਨੇ ਕਹਿਤਾ ਕਿ ਭਾਈ ਸਾਡੀ ਲੜਾਈ ਜਿਹੜੀ ਹੈ ਇੱਥੋਂ ਤੱਕ ਹੀ ਹੈ, ਮਗਰ ਗੱਲਬਾਤ ਤੇ ਹੋਣੀ ਹੈ। ਉਹ ਕਹਿੰਦਾ ਮੈਂ ਗੱਲਬਾਤ ਵਾਸਤੇ ਤਿਆਰ ਹਾਂ, ਤੇ ਉਹਨੇ ਕਿਹਾ ਮਨਾ ਕੀਤਾ ਨਾ, ਉਹਨੇ ਕਿਹਾ ਜੋ ਮੇਨ ਚੀਜ਼ ਹੈ ਅਟੈਕਰ ਜਿਹਨੇ ਹਮਲਾ ਕੀਤਾ, ਉਹ ਕਹਿੰਦਾ ਮੈਂ ਗੱਲਬਾਤ ਤਿਆਰ ਹਾਂ, ਪਰ ਸ਼ਰਤ ਰੱਖੀ ਹੈ ਜੀ, ਉਹ ਸ਼ਰਤ ਹੁਣ ਉਹਨੂੰ ਸਵੀਕਾਰ ਕਰੇ। ਬੈਸਟ ਇਜ਼ ਕਿ ਜਿਹੜਾ ਯੂਕਰੇਨ ਦਾ ਪ੍ਰੈਜ਼ੀਡੈਂਟ ਹੈ ਸਾਹਮਣੇ ਆਏ, ਆਪਣੇ ਨਾਗਰਿਕਾਂ ਨੂੰ ਨਾਲ ਜੋੜਨ ਦੇ ਆਪਣਾ ਹੱਲਾਸ਼ੇਰੀ ਦੇ, MP ਵੀ ਲੱਗੇ ਨੇ ਕਿ ਅਸੀਂ ਯਾਰ ਦਮ ਤੱਕ ਲੱਗੇ, ਠੀਕ ਹੈ, ਵੈਰੀ ਗੁੱਡ, ਆਪਣੀ ਨੈਸ਼ਨਲ ਜਜ਼ਬਾ, ਸਪਿਰਿਟ ਹੋਣੀ ਚਾਹੀਦੀ ਹੈ, ਮਗਰ ਉਹ ਕੋਈ ਹੱਲ ਨਹੀਂ ਹੈਗਾ। ਕਿ ਹੁਣ ਚਾਹੀਦਾ ਕਿ ਉਹਨੂੰ ਆਫਰ ਜਿਹੜੀ ਆਈ ਹੈ, ਗੱਲਬਾਤ ਜ਼ਰੂਰੀ ਥੋੜਾ ਗਿਵ ਐਂਡ ਟੇਕ ਹੁੰਦਾ ਕਿ ਸਾਰੀਆਂ ਸ਼ਰਤਾਂ ਮੰਨ ਲੈਣੀਆਂ ਰਸ਼ੀਆ ਦੀਆਂ। ਇਸ ਵਾਸਤੇ ਉਹ ਇੱਕ ਤੇ ਉਹ ਹੁਣ ਸਿੱਧੇ ਤੌਰ ਤੇ ਜਿਹੜਾ ਹੁੰਦਾ, ਸਿੱਧੇ ਤੌਰ ਤੇ ਗੱਲਬਾਤ ਸਾਡੀਆਂ ਨਹੀਂ ਹੋਈਆਂ, ਹਰ ਲੜਾਈ ਤੋਂ ਬਾਅਦ ਹੋਈਆਂ ਬਿਲਕੁਲ। 47 48 ਦੇਖ ਲਓ ਤੁਸੀਂ, 65 ਤੋਂ ਬਾਅਦ, 71 ਬਾਅਦ ਇੱਕ ਨਵੇਂ ਮੁਲਕ ਦੀ ਸਿਰਜਣਾ ਹੋਈ ਬੰਗਲਾਦੇਸ਼ ਦੀ, ਉਸ ਤੋਂ ਬਾਅਦ ਵੀ ਗੱਲਬਾਤ ਹੋਈ, ਚਲਦੀ ਰਹੀ। ਚਾਈਨਾ ਨੇ ਵੀ ਯੂਨੀਲੈਟਰਲ ਸੀਜ਼ਫਾਇਰ ਕੀਤਾ, ਬਟ ਉਹ ਬਾਅਦ ਫਿਰ ਗੱਲਬਾਤ ਕਿੱਥੇ ਤੱਕ ਪਹੁੰਚ ਗਈ। ਉਹ ਤਾਂ ਸਾਰਾ ਕੁਝ ਟ੍ਰੇਡ ਹੈ, ਦੂਸਰਾ ਹੈ, ਸਾਰੀ ਗੱਲਬਾਤ ਉਸ ਚੱਲੀ, ਪਰ ਲੜਾਈ ਨੂੰ ਚਮਕਣ ਕੇ ਇੱਕ ਤੋਂ ਬੈਕ ਚੈਨਲ ਤੇ ਬੜਾ ਉਹਦੇ 'ਚ ਕੰਟਰੀ ਲਾਈਕ ਦੇਖੋ, ਹੁਣ ਰੋਮਾਨੀਆ ਇਸ ਵੇਲੇ
ਜਾਂ ਹਾਲੈਂਡ, ਹੂੰ ਜਿਨ੍ਹਾਂ ਤੇ ਅਸੀਂ ਸਾਡੇ ਬੱਚੇ ਅਸੀਂ ਉਸ ਗਰਾਊਂਡ ਦੇ ਰਸਤੇ ਕੱਢ ਰਹੇ ਹਾਂ, ਹੂੰ ਕਿਉਂਕਿ ਸਾਰੇ ਜਿਹੜੇ ਹਵਾਈ ਅੱਡੇ ਨੇ ਸਾਰੇ ਜੀ। ਉਹ ਇੱਕ ਕਿਸਮ ਦੇ ਨਾਨ ਇਫੈਕਟਿਵ ਨੇ। ਬਿਲਕੁਲ ਇਸ ਵਾਸਤੇ ਇਹ ਕੰਟਰੀਜ਼ ਹੈਗੇ ਨੇ ਹੂੰ ਜਿਹੜੇ ਕਿ ਇਨਵੋਲਵ ਹੋ ਕੇ ਹੂੰ ਯੂਐਨ ਮਿਸ਼ਨ, ਜੀ। ਯੂਐਨ ਫੋਰਸਸ, ਜੀ। ਯੂਐਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ, ਹੂੰ। ਰਾਦਰ ਦੈਨ ਕੰਡੈਮਿੰਗ ਵਨ ਨਾਟ ਦੀ ਅਦਰ, ਹੂੰ ਇਹਨਾਂ ਨੂੰ ਐਫਰਟ ਲੈਣੀ। ਉਹਦੇ ਵਿੱਚ ਹੀ ਸਾਰੇ ਹੈਗੇ ਨੇ ਕੰਟਰੀ। ਹੂੰ ਯੂਐਨ ਇਜ਼ ਨਾਟ ਡੂਇੰਗ ਇਨਫ। ਯੂਐਨ ਇਜ਼ ਨਾਟ ਡੂਇੰਗ ਇਨਫ। ਹੂੰ ਯੂਐਨ ਦੇ ਇਫ ਦੇ ਵਰ ਡੂਇੰਗ ਇਨਫ, ਇੱਕ ਆਪਣੀ ਛੋਟੀ ਜੀ ਗੱਲ ਨਹੀਂ, ਵੱਡੀ ਗੱਲ ਹੁੰਦੀ ਹੈ। ਹੂੰ ਇੱਥੇ ਪੰਜਾਬ ਦੇ ਦੇਖੋ ਕਿੰਨੇ ਮਾਪੇ, ਕਿੰਨੇ ਉਹਨਾਂ ਦੇ ਸਾਰੇ ਪੇਰੈਂਟਸ ਵਰੀ ਨੇ ਆਪਣੇ ਬੱਚਿਆਂ ਦੇ, ਬਿਲਕੁਲ। ਕੋਈ MBBS ਕਰ ਰਿਹਾ, ਕਿਆ ਹੋ ਗਿਆ। ਤੇ ਯੂਐਨ ਨੂੰ ਚਾਹੀਦਾ ਸੀਗਾ ਕਿ ਉਥੇ ਹਿਊਮਨ ਰਾਈਟਸ ਵਾਇਓਲੇਸ਼ਨ ਹੋ ਜੀ। ਰਹੀ ਨੇ। ਹਿਊਮਨ ਰਾਈਟਸ ਵਾਇਓਲੇਸ਼ਨ ਉਹਨਾਂ ਨੂੰ ਕਾਹਦੇ ਵਾਸਤੇ ਜਨੇਵਾ ਕਨਵੈਨਸ਼ਨ ਬਣੀ ਹੈ, ਬਿਲਕੁਲ ਤੇ ਉਥੇ ਦੋਵੇਂ ਕੰਟਰੀਜ਼ ਨੂੰ ਵੀ ਬਲੇਮਡ। ਪਰ ਉਹ ਇਹ ਹਿਊਮਨ ਵਾਇਓਲੇਸ਼ਨ ਨਹੀਂ ਹੈ, ਹਿਊਮਨ ਰਾਈਟਸ, ਕਿ ਜਿਹੜੇ ਬੱਚੇ ਨੇ ਕਿਸੇ ਦੇ ਵੀ ਹੋਣ, ਆਪਣੇ ਦੇਸ਼ ਦੇ ਹੋਣ, ਬਿਲਕੁਲ। ਦੂਜਿਆਂ ਦੇ ਨਾਗਰਿਕ ਹੋਣ, ਜੀ ਉਹਨਾਂ ਨੂੰ ਤੁਸੀਂ ਬੰਦ ਕੀਤਾ ਬੇਸਮੈਂਟ ਜੀ 100 ਦੀ ਗਿਣਤੀ, ਨਾ ਉਹਨਾਂ ਖਾਣ ਵਾਸਤੇ ਇਹਨੂੰ ਕੁਛ ਹੈਗਾ, ਹੂੰ ਨਮਕੀਨ ਬਿਸਕੁਟ ਖਾ ਕੇ ਪਾਣੀ ਕਰਕੇ ਗੁਜ਼ਾਰਾ ਕਰ ਰਹੇ ਨੇ। ਹੂੰ ਇਹ ਹਿਊਮਨ ਰਾਈਟ ਵਾਇਓਲੇਸ਼ਨ ਹੈ। ਬਿਲਕੁਲ ਸਿਰਫ ਉਹਨਾਂ ਦੇ ਕੈਜੁਅਲਟੀ ਹੋ ਜਾਂਦੀਆਂ ਨੇ। ਅੱਛਾ ਉਹਨਾਂ ਨੂੰ, ਅੱਛਾ ਇੱਕ ਹੋਰ ਦੇਖ ਲਓ ਤੁਸੀਂ ਗੱਲ, ਆ ਜਿਹੜੀ ਵੱਡੀ ਸਾਹਮਣੇ ਆਈ ਹੈ, ਹੂੰ ਉਹਨਾਂ ਨੂੰ ਕਿਹਾ ਗਿਆ, ਬੱਚਿਆਂ ਨੂੰ ਅਨਾਉਂਸ ਕੀਤਾ, ਤੁਸੀਂ ਐਮਬੈਸੀ ਨਾਲ ਗੱਲ ਕਰੋ। ਸਾਡੀ ਗੱਲ ਜੀ। ਕਰਦਾ ਮੈਂ, ਹੂੰ ਇਹ ਕੋਈ ਮਤਲਬ ਹੈ? ਐਮਬੈਸੀ ਵੱਲੋਂ ਚਾਹੀਦਾ, ਸਾਰੇ ਉਹਨਾਂ ਕੋਲ ਵੇਰਵੇ ਹੈਗੇ ਨੇ ਕਿ ਉਹ ਕੰਟੈਕਟ ਕਰਨ। ਉਹ ਬੱਚੇ ਵਿਚਾਰੇ ਫਸੇ, ਕਿੱਥੋਂ ਕੰਟੈਕਟ ਕਰਨ? ਬਿਲਕੁਲ ਉਹ ਕੋਈ ਦੇਖੋ ਕਿੰਨਾ ਕੁਛ ਕਮਿਊਨੀਕੇਸ਼ਨ ਕੱਟ ਆਫ ਹੈ, ਹੂੰ ਕੋਈ ਚਾਰਜਿੰਗ, ਉਹਨਾਂ ਕੋਲ ਮੋਬਾਈਲ ਹੀ ਨੇ ਨਾ, ਹੋਰ ਜੀ, ਕੀ ਹੈ? ਜੀ ਕੋਈ ਸਾਈਬਰ ਕੈਫੇ ਕੋ ਜਾ ਸਕਦੇ ਨੇ, ਤੇ ਡਕੇ ਹੋਏ ਨੇ। ਬਿਲਕੁਲ ਤੇ ਇਹ ਤੇ ਸਾਡੀ ਆਪਣੀ ਜਿਹੜਾ ਅਸੀਂ ਐਡਵਾਈਜ਼ਰੀ ਦਿੱਤੀ ਹੈ ਜਾਂ ਐਡਵਾਈਜ਼ਰੀ ਦੇ ਰਹੇ ਹਾਂ, ਤੇ ਇਸ ਪੱਖੋਂ ਜਾਣੀ ਚਾਹੀਦੀ ਹੈ ਕਿ ਸਾਡੀ ਜਿਹੜੀਆਂ ਐਮਬੈਸੀਆਂ ਦੇ ਸ਼ੁੱਡ ਡੂ ਇਨਫ ਬਿਲਕੁਲ ਟੂ ਗੈਟ ਇਨ ਟੱਚ ਵਿਦ them। ਉਹ ਪੇਰੈਂਟਸ ਨਾਲ ਲੱਗੇ ਨੇ ਬੱਚੇ। ਜੀ ਹੁਣ ਸਹਾਇਤਾ ਮਿਲੀ ਹੈ, ਤੁਸੀਂ ਜਿਹੜੀ ਗੱਲ ਕੀਤੀ ਹੈ, ਤੇ ਮੈਂ ਕਹਿੰਦਾ ਕਿ ਇਹ ਇਸ ਰਸਤਾ ਜਿਹੜਾ ਹੈ, ਹੁਣ ਜਿੱਦਾਂ ਇਹ ਚੈਨਲ ਖੋਲਿਆ ਗਰਾਊਂਡ ਥਾਣੀ, ਉਹ ਵਾਰਨਿੰਗ ਵੀ ਦਿੱਤੀ ਹੈ ਜੀ ਰਸ਼ੀਆ ਨੂੰ, ਕਿਹਾ ਕਿ ਤੁਸੀਂ ਥੋੜਾ ਸੰਭਲ ਜਾਓ, ਇਹ ਰੂਟ ਜੀ, ਹੈ ਜੀ, ਥੋੜਾ ਜੀ। ਜਿਹਾ, ਇਹ ਬੱਚਿਆਂ ਨੂੰ ਕਮ ਸੇ ਕਮ ਇਹ ਤੇ ਸੇਫ ਪੈਸੇਜ ਤੇ ਮਿਲਦਾ ਹੈ, ਜੰਗਾਂ ਦੇ ਵਿੱਚ ਮਿਲਦਾ ਹੈ। ਬਿਲਕੁਲ ਤੇ ਇਸ ਵਾਸਤੇ ਇਹਨੂੰ ਹੱਲ ਇਹੋ ਹੀ ਹੈ ਕਿ ਸਾਡੀਆਂ ਯੂਐਨ, ਖਾਸ ਤੌਰ ਤੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ, ਬੇਸ਼ੱਕ ਉਹ 15 ਮੈਂਬਰ ਨੇ, 5 ਤੇ ਪੱਕੇ ਹੋ ਗਏ, ਉਹ ਜੀ। 'ਚ ਰਸ਼ੀਆ ਦਾ ਤੇ ਚਲੋ ਉਹ ਵੀਟੋ ਹੋਣਾ ਹੀ ਹੈ, ਮਗਰ ਬਾਕੀ ਹੈਗੇ ਨੇ। ਜੇ ਚਾਈਨਾ ਵੀ ਸਿੰਸੀਅਰ ਐਫਰਟ ਲਾਏ, ਹੂੰ ਠੀਕ ਹੈ, ਤੇ ਇਹਦੇ ਰਸਤਾ ਖੁੱਲ ਸਕਦਾ ਹੈ। ਜੀ ਚਾਈਨਾ ਐਕਚੁਅਲੀ ਸ਼ੁੱਡ ਡੋਮੀਨੇਟ, ਹੂੰ ਕਿ ਅਮਰੀਕਾ ਦੇ ਉੱਤੇ ਜੇ ਉਹਨੇ ਜਾਣਾ ਹੈ, ਹੂੰ ਤੇ ਇਸ ਪਾਸੇ ਉਹ ਤੇ ਹੈ ਹੀ ਹੈ, ਯੂਕਰੇਨ ਤੇ ਉਹਦੇ ਨਾਲ ਹੈ ਨਹੀਂ, ਜੀ ਇਹ ਤਾਂ ਪਤਾ ਹੈ। ਸੋ ਇਸ ਮੈਂ ਪੱਖੋਂ ਇੱਕ ਤੇ ਬੈਕਡੋਰ ਚੈਨਲ ਹੁੰਦਾ ਸਾਰੀਆਂ ਲਈ, ਤੇ ਇਹ ਇਹਨੂੰ ਓਪਨ ਕਰਕੇ ਸਾਡੇ ਅੰਬੈਸਡਰ ਨੇ ਉੱਥੇ, ਸਾਡੀਆਂ ਸੰਸਥਾਵਾਂ ਨੇ ਉੱਥੇ, ਸਾਡੀਆਂ ਸਾਰੇ ਇਹਨਾਂ ਦੇ ਜ਼ਰੀਏ ਕੂਟਨੀਤਿਕ ਚਾਲ ਚਲਦਿਆਂ ਹੋਇਆ ਬਿਲਕੁਲ ਸਾਡੇ ਇਹ ਬੈਕਡੋਰ ਚੈਨਲ ਦੂਸਰਾ ਕਰਕੇ ਇਹਨੂੰ ਕਿਸੇ ਤਰੀਕੇ ਨਾਲ ਇਕੱਠਿਆਂ ਕੀਤਾ ਜਾਵੇ। ਰਾਈਟ, Yes, ਵੈਰੀ yes. ਇੰਟਰਸਟਿੰਗ ਪੁਆਇੰਟ। ਬ੍ਰਿਗੇਡੀਅਰ ਹਰਵੰਤ, ਆਈ ਫਾਈਨਲੀ ਵਾਂਟ ਟੂ ਆਸਕ ਕਿ ਹੁਣ ਇੰਡੀਆ ਬਹੁਤ ਪ੍ਰੀਕੇਰੀਅਸ ਪੋਜੀਸ਼ਨ 'ਚ ਹੈ, ਨੋ ਡਾਊਟ ਅਬਾਊਟ ਇਟ। ਇੰਡੀਆ ਜ਼ਿਆਦਾਤਰ US ਐਲਾਈ ਮੰਨਿਆ ਗਿਆ ਹੈ, ਕਿਉਂਕਿ ਰਸ਼ੀਆ ਦੇ ਨਾਲ ਚਾਈਨਾ ਤੇ ਪਾਕਿਸਤਾਨ ਨੇ, ਜਿਨ੍ਹਾਂ ਤੋਂ ਸਾਨੂੰ ਦੋਨੋਂ ਸਾਈਡਸ ਤੇ ਬਹੁਤ ਖਤਰਾ ਹੈ, ਤੇ ਇਸ ਵੇਲੇ ਵੀ ਬਹੁਤ ਟੈਨਸ਼ਨਸ ਚੱਲ ਰਹੀਆਂ ਨੇ। ਬਟ ਹੁਣ ਇੰਡੀਆ ਨੇ ਜਿਵੇਂ ਐਬਸਟੇਨ ਕੀਤਾ ਵੋਟ ਕਰਨ ਤੋਂ, ਕੜੇ ਸ਼ਬਦਾਂ 'ਚ ਜਾਂ ਸਿੱਧੇ ਸ਼ਬਦਾਂ 'ਚ ਰਸ਼ੀਆ ਦੇ ਅਗੇਂਸਟ ਨਹੀਂ ਜਾ ਰਿਹਾ, ਹੋਰ ਕੋਈ ਆਪਸ਼ਨ ਵੀ ਨਹੀਂ ਹੈ। ਬਟ ਹੁਣ ਵਨਸ ਦਿਸ ਥਿੰਗ ਫਿਨਿਸ਼ਿਸ, ਜਿਹੜੇ ਵੀ ਪਾਸੇ ਆ ਮੁੱਕੇ, ਉਸ ਤੋਂ ਬਾਅਦ ਨੀਅਰ ਫਿਊਚਰ 'ਚ ਇੰਡੀਆ ਲਈ ਮੁਸ਼ਕਿਲਾਂ ਦੇਖ ਰਹੇ ਹੋ? ਇੰਡੀਆ ਲਈ ਕੁਝ ਮੁਸ਼ਕਲ ਨੇ। ਪਹਿਲੀ ਮੁਸ਼ਕਲ ਤਾਂ ਇੰਡੀਆ ਲਈ ਹੋਏਗੀ ਕਿ ਜੋ ਪੈਟਰੋਲ ਡੀਜ਼ਲ ਹੈ, ਬਿਲਕੁਲ ਇਹਦੇ ਭਾਅ ਵੱਧ ਜਾਣਗੇ। ਹੂੰ ਇਹਦੇ ਭਾਅ ਵੱਧ ਨਾਲ ਮਹਿੰਗਾਈ ਵਧੇਗੀ ਬਿਲਕੁਲ। ਓਵਰਆਲ। ਤਾਂ ਦੈਟ ਇਜ਼ ਇਕਨੋਮੀ ਨੂੰ ਛੱਡ ਦਈਏ, ਮੈਂ ਫੋਰਨ ਰਿਲੇਸ਼ਨਸ ਦੀ ਗੱਲ ਕਰ ਰਿਹਾ ਫੋਰਨ ਹਾਂ। ਰਿਲੇਸ਼ਨ ਵਿੱਚ ਸਾਡੇ ਵਾਸਤੇ ਰਸ਼ੀਆ ਐਂਡ ਅਮਰੀਕਾ ਬੋਥ ਆਰ ਇੰਪੋਰਟੈਂਟ। ਇੰਪੋਰਟੈਂਟ ਰਸ਼ੀਆ ਇੰਪੋਰਟੈਂਟ ਹੈ ਕਿ ਸਾਡੇ ਬਹੁਤ ਸਾਰਾ ਮਿਲਟਰੀ ਦਾ ਜੋ ਸਾਜ਼ੋ ਸਮਾਨ ਹੈ ਉਹ ਰਸ਼ੀਆ ਤੋਂ ਆਇਆ ਹੈ, ਔਰ ਹੁਣ ਵੀ ਆ ਰਿਹਾ ਹੈ। ਬਿਲਕੁਲ। ਜਿਹੜਾ S-400 ਹੈ, ਤੇ ਜੀ। ਮੋਸਟ ਮਾਡਰਨ 에ਅਰ ਡਿਫੈਂਸ ਵੈਪਨ ਸਿਸਟਮ, ਉਹ ਜੀ। ਹੁਣ ਹੀ ਆ ਰਿਹਾ ਹੈ, ਆ ਰਿਹਾ ਹੈ। ਜੀ ਅਮਰੀਕਾ ਦੇ ਨਾਲ ਸਾਡੇ ਰਿਲੇਸ਼ਨ ਬਹੁਤ ਜ਼ਰੂਰੀ ਨੇ ਇਨ ਲਾਈਟ ਆਫ ਚਾਈਨਾ, ਜੀ ਕਿਉਂਕਿ ਚਾਈਨਾ ਨੂੰ ਜੇ ਕੰਟੇਨ ਕਰ ਸਕਦੇ ਹਾਂ ਤਾਂ ਅਸੀਂ ਥਰੂ Exactly. ਕੁਆਡ ਹੀ ਕਰ ਸਕਦੇ ਹਾਂ, ਅਮਰੀਕਨ ਹੈਲਪ ਨਾਲ। ਬਿਲਕੁਲ ਅਸੀਂ ਇਕੱਲੇ ਨਹੀਂ ਕਰ ਸਕਦੇ, ਬਿਲਕੁਲ ਔਰ ਅਮਰੀਕਾ ਵੀ ਇਕੱਲਾ ਨਹੀਂ ਕਰ ਸਕਦਾ, ਉਹਨੂੰ ਵੀ ਸਾਡੀ ਲੋੜ ਹੈ। ਬਿਲਕੁਲ ਤੋ ਇਸ ਕਰਕੇ ਇਹ ਮਿਊਚੁਅਲੀ ਯੂਸਫੁਲ ਇੱਕ ਇਕੁਏਸ਼ਨ ਹੈ ਜਿਹੜੀ ਅਮਰੀਕਾ ਤੇ ਇੰਡੀਆ ਕਰ ਸਕਦੇ ਨੇ, ਔਰ ਇੰਡੀਆ ਦੀ ਰਸ਼ੀਆ ਦੇ ਨਾਲ ਵੀ ਇਕੁਏਸ਼ਨ ਹੈ। ਇਸੇ ਕਰਕੇ ਸਾਨੂੰ ਦੋਨਾਂ ਨਾਲ ਬੈਲੈਂਸ ਰੱਖਣਾ ਪਏਗਾ। ਜੀ ਸਾਨੂੰ ਇਹ ਇੰਪ੍ਰੈਸ਼ਨ ਨਹੀਂ ਦੇਣਾ ਚਾਹੇਗਾ ਕਿ ਅਸੀਂ ਇੱਕ ਵੱਲ ਝੁੱਲ ਰਹੇ ਹਾਂ, ਝੁਕ ਰਹੇ ਹਾਂ, ਦੂਸਰੀ ਵੱਲ। ਸਾਨੂੰ ਸਿਰਫ ਤੇ ਸਿਰਫ ਆਪਣਾ ਸੈਲਫ ਇੰਟਰਸਟ ਦੇਖਣਾ ਪਏਗਾ। ਉਹ ਸੈਲਫ ਇੰਟਰਸਟ ਸਾਨੂੰ ਕਹਿੰਦਾ ਹੈ ਕਿ ਅਸੀਂ ਦੋਨਾਂ ਦੇ ਨਾਲ ਰਿਲੇਸ਼ਨ ਠੀਕ ਰੱਖੀਏ, ਤੇ ਦੋਨਾਂ ਤੋਂ ਉਹਨਾਂ ਦਾ ਫਾਇਦਾ ਲਈਏ ਜਿਹੜਾ ਉਹਨਾਂ ਵਾਸਤੇ ਫਾਇਦੇਮੰਦ ਹੈ, ਸਾਡੇ ਵਾਸਤੇ ਫਾਇਦੇਮੰਦ। ਜਿਸ ਤਰ੍ਹਾਂ ਕੁਆਡ
ਉਹ ਅਮਰੀਕਾ ਵਾਸਤੇ ਵੀ ਫਾਇਦੇਮੰਦ ਹੈ, ਸਾਡੇ ਵਾਸਤੇ ਵੀ ਫਾਇਦੇਮੰਦ। ਬਿਲਕੁਲ ਤੇ ਇਸ ਕਰਕੇ ਸਾਡੀ ਡਿਪਲੋਮੇਸੀ ਨੂੰ ਹੁਣ ਇੱਕ ਗੋਲਡਨ ਅਪਰਚੂਨਿਟੀ ਹੈ ਆਪਣੀ ਟੈਲੈਂਟ ਦਿਖਾਉਣ ਦੀ, ਕਿ ਕਿਸ ਬਿਲਕੁਲ ਤਰੀਕੇ ਨਾਲ ਉਹਨੂੰ ਮੈਨੇਜ ਕਰਦੇ ਨੇ, ਕਿਸ ਤਰੀਕੇ ਨਾਲ ਉਹ ਇੰਡੀਆ ਦਾ ਇਮੇਜ ਉੱਚਾ ਕਰਦੇ ਨੇ। ਹੂੰ ਇਹ ਚੰਗੀ ਗੱਲ ਹੈ ਕਿ ਪੁਟਿਨ ਨੇ ਮੋਦੀ ਨਾਲ ਗੱਲ ਕੀਤੀ ਔਰ ਹੁਣ ਸਾਡੀ ਇੰਡੀਆ ਦੀ ਇੱਕ ਕਿਸਮ ਦੀ ਸਟੇਟਸ ਉੱਪਰ ਜਾ ਰਿਹਾ, ਕਿਉਂਕਿ ਬੋਥ ਅਮਰੀਕਾ ਐਂਡ ਰਸ਼ੀਆ ਦੇ ਵਾਂਟ ਟੂ ਗੈਟ ਹੈਲਪ, diplomatic help, जी. not military or any Keep India in the loop. diplomatic help, keep India in the loop in the decision making. So I'm sure ਸਾਡੀ ਡਿਪਲੋਮੈਟਿਕ ਕੋਰ ਹੈ ਬਹੁਤ ਚੰਗੀ ਹੋਏਗੀ, ਤਾਂ ਇਹਨੂੰ ਮੈਨੇਜ ਕਰ ਲੈਣਗੇ ਔਰ ਇਕੁਇ ਡਿਸਟੈਂਸ ਰੱਖ ਕੇ ਆਪਣੇ ਇੰਟਰਸਟ ਨੂੰ ਸੇਫਗਾਰਡ ਤੇ ਵਾਚ ਕਰਦੇ ਰਹਿਣਗੇ। ਥੈਂਕ ਯੂ ਸਰ, ਵੈਰੀ ਇੰਟਰਸਟਿੰਗ ਪੁਆਇੰਟਸ। ਬੜੀ ਇੰਪੋਰਟੈਂਟ ਗੱਲਾਂ ਮੈਨੂੰ ਲੱਗਦਾ ਇੱਕ ਤਾਂ ਇਹ ਨਿਕਲੀਆਂ ਕਿ ਇਮੋਸ਼ਨਸ ਜਿੱਥੇ ਯੂਜ਼ ਹੋ ਰਹੇ ਨੇ, ਜਿਵੇਂ ਯੂਕਰੇਨ ਦਾ ਪ੍ਰੈਜ਼ੀਡੈਂਟ ਕਰ ਰਿਹਾ, ਉਹਦੀ ਜਗ੍ਹਾ ਦਿਮਾਗ ਇਸਤੇਮਾਲ ਕਰਨ ਦੀ ਜ਼ਿਆਦਾ ਜ਼ਰੂਰਤ ਹੈ, ਔਰ ਲੈਟਸ ਸੇ ਬ੍ਰੇਨ ਸ਼ੁੱਡ ਵੀ ਹਾਵੀ ਰੈਦਰ ਦੈਨ ਇਮੋਸ਼ਨਸ, ਜੋ ਯੂਕਰੇਨ ਨਹੀਂ ਕਰ ਪਾ ਰਿਹਾ, ਰਸ਼ੀਆ ਬਹੁਤ ਸਮਾਰਟਲੀ ਕਰ ਰਿਹਾ ਤੇ ਹੁਣ ਸ਼ਾਇਦ ਇੰਡੀਆ ਕਰ ਰਿਹਾ। ਅਸੀਂ ਸ਼ਾਇਦ ਪਰਸਨਲੀ ਇਹ ਸੋਚੀਏ ਕਿ ਇੰਡੀਆ ਨੂੰ ਕੰਡੈਮ ਕਰਨਾ ਚਾਹੀਦਾ ਹੈ, ਬਟ ਇੰਡੀਆ ਹੈਜ਼ ਟੂ ਬਹੁਤ ਸਮਾਰਟਲੀ ਟ੍ਰੈਡ ਕਰਨਾ ਪਏਗਾ। ਇੱਕ ਮੈਨੂੰ ਲੱਗਦਾ ਬਹੁਤ ਹੀ ਟਾਈਟ ਰੋਪ ਹੈ ਇੰਡੀਆ ਲਈ ਵੀ, ਸੋ ਇਟ ਹੈਜ਼ ਟੂ ਬੀ ਵੈਰੀ ਸਮਾਰਟ ਇਨ ਦਿਸ। ਐਂਡ ਬਹੁਤ ਇੰਪੋਰਟੈਂਟ ਮੈਨੂੰ ਲੱਗਦਾ ਗੱਲ ਇਸ ਡਿਸਕਸ਼ਨ 'ਚੋਂ ਇਹ ਜ਼ਰੂਰ ਨਿਕਲੀ ਹੈ ਕਿ ਜਿਹੜੀ ਡਿਪਲੋਮੇਸੀ ਹੁੰਦੀ ਹੈ, ਬੈਕਡੋਰ ਚੈਨਲ ਹੁੰਦਾ ਹੈ, ਜਿਹੜੀ ਮੀਡੀਏਸ਼ਨ ਜਿਹੜੀ ਕੰਟਰੀਜ਼ ਕਰਾ ਸਕਦੀਆਂ ਨੇ, ਫਰਾਂਸ ਹੈਜ਼ ਫੇਲਡ, ਲੈਟਸ ਬੀ ਵੈਰੀ ਕਲੀਅਰ, ਨਹੀਂ ਤਾਂ ਇਹ ਜੰਗ ਸ਼ੁਰੂ ਹੁੰਦੀ ਹੀ ਨਾ। ਸਰ ਵਾਂਟਸ ਟੂ ਐਡ? I would like to add one thing, ਕਿ what lessons we can draw from this conflict, ਯੈਸ ਪਲੀਜ਼। especially military lessons। ਜੀ ਸਭ ਤੋਂ ਵੱਡਾ ਲੈਸਨ ਜਿਹੜਾ ਇਸ ਕਨਫਲਿਕਟ ਤੋਂ ਨਿਕਲਦਾ ਹੈ ਕਿ ਜਦੋਂ ਤੁਹਾਡੇ ਕੋਲ there ਅਸਿਮੈਟਰੀ ਆਫ ਪਾਵਰ, ਤੋ ਜਿਹੜਾ ਜ਼ਿਆਦਾ ਪਾਵਰਫੁਲ ਕੰਟਰੀ ਹੁੰਦਾ ਉਹਨੂੰ ਟੈਂਪਟੇਸ਼ਨ ਹੁੰਦੀ ਹੈ ਅਟੈਕ ਕਰਨ ਦੀ। ਬਿਲਕੁਲ। ਯੂਕਰੇਨ ਇਜ਼ ਅ ਵੈਰੀ ਪ੍ਰੋਸਪਰਸ ਕੰਟਰੀ, ਇਟਸ ਅ ਵੈਰੀ ਵੈਲ ਆਫ ਕੰਟਰੀ, ਇਟਸ ਅ ਫੂਡ ਸਰਪਲਸ ਕੰਟਰੀ, ਇਟਸ ਗਾਟ large number of minerals, everything, but unfortunately they did not safeguard their dispute. Yes. Even nuclear weapons they surrendered. So ਇਸ ਕਰਕੇ ਜੇ ਅੱਜ ਉਹਨਾਂ ਕੋਲੇ ਆਪਰੇਸ਼ਨਲ ਨਿਊਕਲੀਅਰ ਵੈਪਨ ਹੁੰਦੇ ਤਾਂ ਰਸ਼ੀਆ ਦੀ ਹਿੰਮਤ ਨਹੀਂ ਸੀ ਪੈਣੀ। ਸੋ ਸਾਡਾ ਲੈਸਨ ਇਹ ਹੈ ਕਿ ਇਕੋਨਮੀ ਤੇ ਡਿਫੈਂਸ ਦੋਨਾਂ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸੇ ਕਰਕੇ ਅੱਜ ਤੋਂ 350 ਸਾਲ ਪਹਿਲਾਂ 10ਵੇਂ ਪਾਤਸ਼ਾਹ ਨੇ ਨਾਰਾ ਦਿੱਤਾ ਸੀ, ਦੇਗ ਤੇਗ ਫਤਿਹ। ਜੀ, ਜੇ ਤੁਹਾਡੀ ਇਕੋਨਮੀ ਤਕੜੀ ਹੈ ਦੈਟ ਇਜ਼ ਦੇਗ, ਜੇ ਤੁਹਾਡਾ ਡਿਫੈਂਸ ਤਕੜਾ ਹੈ ਦੈਟ ਮੀਨਸ ਤੇਗ, ਫਿਰ ਫਤਿਹ। ਹੁਣ ਸਾਨੂੰ ਇਸ ਟਾਈਮ ਤੇ ਸਾਡੀ ਇਕੋਨਮੀ ਵੀਕ ਹੈ, ਉਹਦੇ ਨਾਲ ਸਾਡੀ ਤੇਗ ਵੀ ਵੀਕ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਚਾਈਨਾ ਦੇ ਅਗੇਂਸਟ ਆਪਣੀ ਇਕੋਨਮੀ ਨੂੰ ਡਿਵੈਲਪ ਕਰੀਏ ਫਾਸਟੈਸਟ, ਤੇ ਉਹਦੇ ਨਾਲ ਆਪਣਾ ਡਿਫੈਂਸ ਤੇਜ਼ ਕਰੀਏ। ਇਕੋਨਮੀ ਵਾਸਤੇ ਜੇ ਸਾਨੂੰ ਕੋਈ ਥੋੜ੍ਹੀ ਬਹੁਤੀ ਸੈਕਰੀਫਾਈਸਿਸ ਕਰਨੀਆਂ ਪੈਂਦੀਆਂ ਨੇ ਉਹ ਕਰੀਏ। ਐਵੇਂ ਅਸੀਂ ਪਿੱਛੇ ਨਾ ਲੱਗੀਏ ਸਲੋਗਨ ਦੇ ਕੇ ਜੀ ਹਿਊਮਨ ਰਾਈਟ, ਡੈਮੋਕ੍ਰੇਸੀ, ਦਿਸ ਦੈਟ ਵਗੈਰਾ ਵਗੈਰਾ, ਦੈਟਸ ਵੈਰੀ ਫਾਈਨ। ਉਹ ਉਦੋਂ ਤੱਕ ਹੀ ਫਾਈਨ ਹੈ ਜਦੋਂ ਤੱਕ ਉਹ ਨੈਸ਼ਨਲ ਇੰਟਰਸਟ ਸਰਵ ਕਰਦੀ ਹੈ। ਜੇ ਉਹ ਤੁਹਾਡੇ ਨੈਸ਼ਨਲ ਇੰਟਰਸਟ ਦੇ ਵਿੱਚ ਅੜਿੱਕਾ ਹੁੰਦੀ ਹੈ ਤਾਂ ਸਾਨੂੰ ਉਹਨੂੰ ਇਗਨੋਰ ਕਰਕੇ ਸਾਨੂੰ ਇਕੋਨਮੀ ਤੇ ਡਿਫੈਂਸ ਦੋਨਾਂ ਨੂੰ ਤਕੜਾ ਕਰਨਾ ਚਾਹੀਦਾ ਹੈ, ਕਿਉਂਕਿ ਸਾਡਾ ਦੁਸ਼ਮਣ ਹੈ ਨੰਬਰ 1 ਚਾਈਨਾ, ਔਰ ਚਾਈਨਾ ਤਾਂ ਡੈਟਰ ਹੋਏਗਾ ਜੇ ਅਸੀਂ ਤਕੜੇ ਹਾਂ। ਜਦੋਂ ਵੀ ਚਾਈਨਾ ਨੇ ਸਾਨੂੰ ਵੀਕ ਸਮਝਿਆ, ਚਾਈਨਾ ਸਾਡੇ ਤੇ ਹਾਵੀ ਹੋ ਗਿਆ। ਬਲਕਿ ਦੂਸਰਾ ਇਸ ਤੋਂ ਕਨਫਲਿਕਟ ਤੋਂ ਜਿਹੜਾ ਲੈਸਨ ਮਿਲਦਾ ਹੈ ਉਹ ਲੈਸਨ ਮਿਲਦਾ ਹੈ ਜਿਸ ਕੀ ਲਾਠੀ ਉਸ ਕੀ ਭੈਂਸ। ਜੀ, ਇਹ ਇੱਕ ਪ੍ਰੈਸੀਡੈਂਸ ਬਣ ਗਿਆ ਕਿ ਜੇ ਰਸ਼ੀਆ ਯੂਕਰੇਨ ਤੇ ਇਹ ਕਰ ਸਕਦਾ ਹੈ ਤਾਂ ਚੀਨ ਵੀਅਤਨਾਮ ਤੇ, ਉੱਥੇ ਵੀਅਤਨਾਮ ਤੇ ਕਿਉਂ ਨਹੀਂ ਕਰਦਾ, ਚੀਨ ਤਾਈਵਾਨ ਤੇ ਕਿਉਂ ਨਹੀਂ ਕਰ ਸਕਦਾ ਬੇਸਿਕਲੀ ਜੀ, ਜਾਂ ਦੂਜਾ XYZ ਕੰਟਰੀ ਦੂਜੇ ਤੇ ਕਿਉਂ ਨਹੀਂ ਕਰ ਸਕਦੇ। ਤਾਂ ਇਹ ਇੱਕ ਕਿਸਮ ਦਾ ਵਰਲਡ ਆਰਡਰ ਦੇ ਵਿੱਚ ਨਵਾਂ ਪ੍ਰੈਸੀਡੈਂਸ ਸੈੱਟ ਹੋ ਗਿਆ, ਔਰ ਉਸ ਪ੍ਰੈਸੀਡੈਂਸ ਤੋਂ ਸਬਕ ਲੈਂਦੇ ਹੋਏ ਸਾਨੂੰ ਇਹ ਚਾਹੀਦਾ ਕਿ ਅਸੀਂ ਕਿਸੇ ਨੂੰ ਮੌਕਾ ਹੀ ਨਾ ਦੇਈਏ ਕਿ ਸਾਨੂੰ ਕੋਈ ਵੀਕ ਸਮਝੇ ਔਰ ਇਸ ਪ੍ਰੈਸੀਡੈਂਸ ਦਾ ਇਸਤੇਮਾਲ ਕਰਕੇ ਸਾਡੇ ਕਿਸੇ ਇਲਾਕੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇ। ਇਹ ਦੋ ਲੈਸਨ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ। ਇੱਕ ਓਵਰਆਲ ਏਮ ਸ਼ੁੱਡ ਬੀ to avoid spilling over to third world war। ਬਿਲਕੁਲ। ਔਰ ਹਰ ਇੱਕ ਕੰਟਰੀ ਦਾ ਆਪਣਾ ਮਿਸ਼ਨ ਹੈਗਾ। ਹੁਣ ਚਾਈਨਾ ਦੀ ਤੇ ਵਿਸਤਾਰਵਾਦੀ ਨੀਤੀ ਹੈਗੀ, ਦੇਖੋ ਸਾਡੀ ਉਹਦੇ ਬੜਾ ਮਿਸ਼ਨ ਬੜਾ ਕਲੀਅਰ, ਘੇਰਾਬੰਦੀ ਕਰਨੀ ਆਪਣੇ ਮੁਲਕ ਦੀ। ਭੂਟਾਨ ਹੋਵੇ, ਨੇਪਾਲ ਹੋਵੇ, ਠੀਕ ਹੈ, ਉਹਦੇ ਰਸਤੇ ਹੁਣ ਤੇ ਸ਼੍ਰੀਲੰਕਾ ਵੀ, ਹਾਂ, ਉਹਨੂੰ ਉਸ ਸਾਈਡ ਤੇ ਕਿਤੇ ਪਿੰਡ ਵਸਾਏ ਜਾ ਰਹੇ, ਕਿਤੇ ਕੁਝ। ਇੱਕ ਤੇ ਉਹਨੂੰ ਕਰਨਾ, ਦੂਜਾ ਪਾਕਿਸਤਾਨ ਨੂੰ ਕੰਟੇਨ ਕਰਨਾ ਬਹੁਤ ਜ਼ਰੂਰੀ ਹੈ। ਸਾਰਾ ਅਤਵਾ ਜੋ ਕੁਝ ਉੱਥੇ ਹੋ ਰਿਹਾ ਕਸ਼ਮੀਰ ਚ ਕਰਵਾਇਆ ਜਾ ਰਿਹਾ ਜੀ, ਠੀਕ ਹੈ ਨਾ, ਉਹ ਸਾਰਾ ਪਾਕਿਸਤਾਨ ਤੇ ਹੈਲਪ ਤੇ ਚਾਈਨਾ ਦੀ ਹੈ। ਹਾਂ, ਸਾਰੇ ਜਿੰਨੇ ਵੀ ਆ ਵੱਡੇ ਵੱਡੇ ਕੰਟਰੀ ਨੇ, ਅਮਰੀਕਾ ਦੀ ਗੱਲ ਕਰੋ, ਸਾਰਿਆਂ ਦੇ ਆਪਣਾ ਇੰਟਰਸਟ ਇਹ ਸਾਹਮਣੇ ਪਹਿਲੋਂ ਰੱਖਦੇ ਨੇ। ਬਿਲਕੁਲ। ਅਮਰੀਕਾ ਨੇ ਕਿਹਾ ਨਹੀਂ ਸੀ ਕਿ ਸਾਡਾ ਇੰਟਰਸਟ ਸਾਡੀ ਆਪਣਾ ਪਹਿਲੋਂ ਹੈ, ਸਾਰਿਆਂ ਦਾ ਇਸ ਤਰ੍ਹਾਂ ਸਾਡਾ ਇੰਟਰਸਟ ਸਭ ਤੋਂ ਪਹਿਲੋਂ ਹੈ, ਇਹ 'ਚ ਕੋਈ ਸ਼ੱਕ ਨਹੀਂ। ਇਹ 'ਚ ਕੋਈ, ਤਾਂ ਵੀ ਹੈਵ ਟੂ
number of challenges are there. We have to have that powerful ਆਪਣੀ ਸ਼ਕਤੀ, ਆਪਣੀ ਡਿਫੈਂਸਸ ਮਜ਼ਬੂਤ ਕਰਨ ਦੀ ਲੋੜ ਹੈ। ਬਿਲਕੁਲ ਸਾਡੇ ਕੋਲ ਇਸ ਵੇਲੇ ਡਿਫੈਂਸ ਬਜਟ ਬੜਾ ਘੱਟ ਹੈ, ਹਾਂਜੀ ਘਟਦਾ ਜਾ ਰਿਹਾ। ਦੇਖੋ ਬੱਚੇ ਭਰਤੀ, ਇਹ ਰਾਜਨਾਥ ਨੇ ਡਿਫੈਂਸ ਮਿਨਿਸਟਰ ਨੇ ਅਨਾਉਂਸ ਕੀਤਾ ਸੀ, ਇਸ ਫੌਜ ਦੇ ਵਿੱਚ 1 ਲੱਖ ਫੌਜ ਦੀ ਘਾਟ ਹੈ, 9-10 ਹਜ਼ਾਰ ਅਫਸਰਾਂ ਦੀ ਘਾਟ ਹੈ। ਇੱਥੇ ਮੈਂ ਹੁਣ ਹੋ ਕੇ ਆਇਆ ਪੰਜਾਬ ਤੇ 2 ਜ਼ਿਲ੍ਹਿਆਂ 'ਚ ਘੁੰਮਿਆ ਮੈਂ, ਉੱਥੇ ਬੱਚੇ ਮਿਲੇ ਨੇ ਜਿਹੜੇ ਕਿ ਟੈਸਟ ਪਾਸ ਕਰ ਚੁੱਕੇ ਨੇ, ਠੀਕ ਹੈ, ਸਾਰੇ ਫਿੱਟ ਹੋ ਚੁੱਕੇ ਨੇ, ਮੈਡੀਕਲੀ ਫਿੱਟ ਹੋ ਚੁੱਕੇ ਨੇ। ਉਹਨਾਂ ਨੂੰ ਕਾਲਾ ਪਾਊਡਰ ਨਹੀਂ ਆਏ ਬਹਾਨਾ ਲਾ ਕੇ, ਇਹਦਾ ਕਰੋਨਾ ਦਾ ਬਹਾਨਾ ਲਾ ਕੇ। ਰਾਈਟ, ਤਾਂ CDS ਨੇ ਪਹਿਲਾਂ ਕਿਹਾ ਸੀ ਕਿ ਮੈਂ ਇਹ 'ਚ ਛੋੜ ਦਵਾਵਾਂਗਾ। ਉਹ ਵਿਚਾਰੇ ਹੁਣ ਬੇਰੁਜ਼ਗਾਰੀ, ਸਾਰਿਆਂ ਨਸ਼ਾ ਕਰਕੇ ਥੋੜਾ ਸਾਰੇ ਬਲੇ ਜਿਹੜੇ ਕੰਮ ਦੇ ਹੈਗੇ ਨੇ ਜਿਹੜੇ ਸੋਲਿਡ, ਉਹਨਾਂ ਨੂੰ ਤੇ ਤੁਸੀਂ ਨਾ ਰੋਕੋ, ਉਹਨਾਂ ਵਾਸਤੇ ਕਰੋ ਏਜ ਦਾ। ਇਹ ਮੇਰੇ ਕੋਲ ਬਾਰ-ਬਾਰ ਪੁਆਇੰਟ ਆ ਰਿਹਾ, ਉੱਥੇ ਬੱਚੇ ਖੜੇ ਹੋ ਕੇ, ਨੌਜਵਾਨ ਬੱਚੇ ਸਾਰੇ ਟੈਸਟ ਕਰ ਕਿੱਥੇ ਜਾਣ ਉਹ। ਇਸ ਵਾਸਤੇ ਇਹਦਾ ਪ੍ਰਭਾਵ ਸਾਰਿਆਂ ਤੇ ਪੈਣਾ, ਕਿਉਂਕਿ ਬਜਟ ਕਰਕੇ ਸਾਰੀ ਗੱਲਾਂ ਹੋ ਰਹੀਆਂ ਨੇ। ਇਸ ਵਾਸਤੇ ਡਿਫੈਂਸਿਸ ਨੂੰ ਮਜ਼ਬੂਤ ਕਰਨਾ, ਜੇ ਸਾਡਾ ਦੇਸ਼, ਜੇ ਸਾਡੀਆਂ ਸਰਹੱਦਾਂ ਸੁਰੱਖਿਅਤ ਨੇ, ਤਾਂ ਹੀ ਸਾਡੀ ਇਕਾਨਮੀ ਪ੍ਰਫੁੱਲਿਤ ਹੋਏਗੀ। ਬਿਲਕੁਲ, ਤੇ ਇਸ ਵਾਸਤੇ ਇਸ ਪਾਸੇ ਧਿਆਨ ਦੇ ਰਹੀ ਸਰਕਾਰ। ਬਿਲਕੁਲ ਸਹੀ ਗੱਲ ਹੈ। ਲੈਸਨਸ ਫॉर द ਵਰਲਡ ਐਂਡ ਇੰਡੀਆ, ਵਰਲਡ ਲਈ ਇਹ ਹੈ ਵਰਲਡ ਵਾਰ 3 ਉਹ ਸਪਿਲੇਜ ਨਾ ਹੋਵੇ, ਉਹਨੂੰ ਰੋਕਣਾ। ਡਿਪਲੋਮੇਸੀ ਬੈਟਰ ਹੋਣਾ, ਮੈਨੂੰ ਲੱਗਦਾ ਬੜਾ ਇੰਪੋਰਟੈਂਟ ਪੁਆਇੰਟ ਇਸ ਡਿਸਕਸ਼ਨ ਚੋਂ ਨਿਕਲੇ। ਡਿਪਲੋਮੇਸੀ ਹੈਜ਼ ਫੇਲਡ, ਇਟ ਨੀਡਸ ਟੂ ਡੂ ਬੈਟਰ। ਇੰਡੀਆ ਲਈ ਬਹੁਤ ਇੰਪੋਰਟੈਂਟ ਲੈਸਨਸ ਹੈ। ਚਾਈਨਾ ਇਸ ਤੋਂ ਕੌਨਫੀਡੈਂਸ ਲਏਗਾ, ਪਰ ਹੋਪਫੁਲੀ ਇੰਨਾ ਨਹੀਂ ਕਿ ਇਹਦਾ ਇੰਡੀਆ ਨੂੰ ਨੁਕਸਾਨ ਹੋਵੇ, ਕਿਉਂਕਿ ਵੀ ਆਲਰੇਡੀ ਨੋ ਅਰੁਣਾਚਲ ਜਾਂ ਉੱਤਰਾਖੰਡ ਵਿੱਚ ਵੀ ਕੀ ਕੁਝ ਹੋ ਰਿਹਾ ਹੈ। ਗਾਲਵਾਨ ਘਾਟੀ ਦੀ ਗੱਲ ਕਰ ਲਈਏ, ਇਹ ਚੀਜ਼ਾਂ ਤੋਂ ਇੰਡੀਆ ਨੂੰ ਹੁਣ ਬਹੁਤ ਸਤਰਕ ਰਹਿਣਾ ਪਏਗਾ। ਪ੍ਰੋਬੇਬਲੀ ਇੰਡੀਆ ਇਜ਼ ਡੂਇੰਗ ਵੈਲ, ਜਿੱਥੇ ਤੱਕ ਦੋਵਾਂ ਚੋਂ ਕਿਸੇ ਦੀ ਵੀ ਸਾਈਡ ਨਾ ਲੈਣ ਦੀ ਗੱਲ ਹੈ, ਲੇਕਿਨ ਇਹਦਾ ਪ੍ਰਭਾਵ ਰਸ਼ੀਅਨ ਐਲਾਈਜ਼, ਖਾਸ ਕਰਕੇ ਪਾਕਿਸਤਾਨ ਐਂਡ ਚਾਈਨਾ, ਕਿਸ ਤਰ੍ਹਾਂ ਇਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦੇ ਆ, ਉਸ ਤੋਂ ਬਚਣ ਦੀ ਲੋੜ ਹੈ। ਐਂਡ ਵੀ ਵਿਲ ਹੋਪ ਕਿ ਜਿਹੜੀ ਬੈਕਡੋਰ ਐਂਟਰੀ ਦੀ ਅਸੀਂ ਗੱਲ ਕੀਤੀ, ਬੈਕਡੋਰ ਚੈਨਲਸ ਦੀ, ਟੇਬਲ ਤੇ ਬੈਠ ਕੇ ਗੱਲ ਹੋਣ ਦੀ, ਇਟ ਵਿਲ ਗਿਵ ਅਸ ਅ ਸਰਪ੍ਰਾਈਜ਼, ਇਟ ਵਿਲ ਬੀ ਬੈਟਰ ਫॉर द ਨੀਅਰ ਫਿਊਚਰ, ਨਾਟ ਓਨਲੀ ਫॉर ਯੂਕਰੇਨ ਬਟ ਰਿਲੇਸ਼ਨਸ ਬਿਟਵੀਨ ਰਸ਼ੀਆ ਐਂਡ ਦ ਨਾਟੋ ਨੇਸ਼ਨਸ। ਐਂਡ ਇੱਕ ਵਾਰੀ ਫਿਰ ਇੰਡੀਆ ਦੇ ਇੰਟਰਸਟਸ ਇੰਡੀਆ ਨੂੰ ਮੁੱਖ ਰੱਖਣੇ ਪੈਣਗੇ। ਹੋਪਿੰਗ ਕਿ ਐਵੇਂ ਦਾ ਹੀ ਕੁਝ ਹੋਏਗਾ, ਤੇ ਸਾਰੀਆਂ ਅਪਡੇਟਸ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬ ਟੁਡੇ। ਮੇਰੇ ਗੈਸਟ ਦਾ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਬੜੀ ਫਰੂਟਫੁਲ ਅਸੀਂ ਅੱਛੀ ਡਿਸਕਸ਼ਨ ਅੱਜ ਕਰ ਪਾਏ ਹਾਂ। ਇੱਕ ਵਾਰੀ ਫਿਰ ਧੰਨਵਾਦ ਤੇ ਸਤਿ ਸ੍ਰੀ ਅਕਾਲ।